सत श्री अकाल जी। अज आपां फिर जो पंजाब राज तकनीकी सिक्ख्या ਅਤੇ उद्योगिक सिखलाई विभाग पंजाब ਵੱਲੋਂ जो निमी चैनल बच्चों के ट्रेनिंग नूं सफ़र ना होवे, सो मैं सब तो पहला डायरैक्टर साहब, ट्रेनिंग अफसर साहब ते मेरे नाल जुड़े सीनियर ड्राफ्टमैन सिविल इंस्ट्रक्टर जां होर संस्थावां तो वक्-वक् इंस्ट्रक्टर्स जो जुड़े हैं ते नाल जो सिख्यार्थी साडे नाल जुड़े आ, सो उन्हां दा मैं रणधीर सिंह बल ਸਰਵੇਅਰ इंस्ट्रक्टर ITI SC फतेहगढ़ चूड़ियां तो स्वागत करदा जी। सो अज दा साडा जिहड़ा टॉपिक आ ਉਹ ਸਰਵੇਅਰ ਅਤੇ ਡਰਾਫਟਸਮੈਨ ਸਿਵਲ ਦੋਵਾਂ ਟ੍ਰੇਡ ਦਾ ਕਾਮਨ ਸਿਲੇਬਸ ਆ। ਤੋ ਡਰਾਫਟਸਮੈਨ ਸਿਵਲ ਦੇ ਵਿੱਚ ਫਸਟ ਈਅਰ ਚ ਆ ਤੇ ਸਰਵੇਅਰ ਵਿੱਚ ਸੈਕੰਡ ਈਅਰ ਵਿੱਚ ਜਿਹੜਾ ਸੈਕੰਡ ਈਅਰ ਦਾ 37ਵਾਂ ਵੀਕ ਆ ਉਹਦੇ ਵਿੱਚ ਮਤਲਬ ਇਹ ਬਿਲਡਿੰਗ ਕੰਸਟਰਕਸ਼ਨ ਮਟੀਰੀਅਲ ਆ। ਸੋ ਨਾਲ ਮੈਂ ਦੱਸਣਾ ਚਾਹੁੰਦਾ ਵਾਂ ਕਿ ਸਰਵੇਅਰ ਡਰਾਫਟਸਮੈਨ ਸਿਵਲ ਦੇ ਨਾਲ ਨਾਲ ਕਿਉਂਕਿ ਬਾਕੀਆਂ ਵਾਸਤੇ ਵੀ ਬੜਾ ਹੀ ਇਹ ਇੰਪੋਰਟੈਂਟ ਆ, ਕਿਉਂਕਿ ਅੱਜ ਆਪਾਂ ਗੱਲ ਕਰਨੀ ਆ ਕਿਉਂਕਿ ਸਾਰੇ ਘਰ ਬਣਾਉਂਦੇ ਆ, ਇੱਕ ਕਾਮਨ ਜਿਹਾ ਟੌਪਿਕ ਆ। ਸੋ ਜੋ ਬਿਲਡਿੰਗ ਦੇ ਵਿੱਚ ਅਸੀਂ ਮਟੀਰੀਅਲ ਲੈਂਦੇ ਆ ਉਹਨਾਂ ਦੀ ਆਪਾਂ ਗੱਲ ਕਰਨੀ ਆ। ਸੋ ਸਭ ਤੋਂ ਪਹਿਲਾਂ ਆਪਾਂ ਮਿਸ਼ਨ ਫਤਿਹ ਦੀ ਜਾਗਰੂਕ ਜੋ ਮੁਹਿੰਮ ਆ ਪੰਜਾਬ ਸਰਕਾਰ ਦਾ ਜੋ ਨਾਅਰਾ ਵਾ ਤੇ ਆਪਾਂ ਮਿਸ਼ਨ ਫਤਿਹ ਕਰਨਾ ਵਾ। ਸੋ ਇਹ ਸਲਾਈਡ ਜਿਹੜੀ ਪਹਿਲੀ ਆ ਤੁਸੀਂ ਵੇਖ ਰਹੇ ਆ, ਹਰ ਲੈਕਚਰ 'ਚ ਵੇਖਦੇ ਆ ਤੇ ਮੈਨੂੰ ਆਸ ਆ ਕਿ ਤੁਸੀਂ ਮਿਸ਼ਨ ਫਤਿਹ ਪੰਜਾਬ ਸਰਕਾਰ ਦਾ ਜੋ ਹੈ ਕਰੋਨਾ ਦੇ ਉੱਪਰ ਉਹਦੇ ਉੱਪਰ ਸਾਰੇ ਜਣੇ ਸਹਿਯੋਗ ਦਿਓਗੇ। ਸੋ ਅੱਜ ਦਾ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ ਕੰਸਟਰਕਸ਼ਨ ਮਟੀਰੀਅਲ। ਸੋ ਇਹ ਦੋ ਭਾਗਾਂ ਦੇ ਵਿੱਚ ਮੈਂ ਤਿਆਰ ਕੀਤਾ ਵਾ। ਸੋ ਅੱਜ ਪਹਿਲੇ ਭਾਗ ਦੀ ਗੱਲ ਕਰਦੇ ਹਾਂ, ਬਿਲਡਿੰਗ ਕੰਸਟਰਕਸ਼ਨ ਮਟੀਰੀਅਲ 1, ਬਿਲਡਿੰਗ ਕੰਸਟਰਕਸ਼ਨ ਮਟੀਰੀਅਲ। ਸੋ ਇਹਦੇ ਵਿੱਚ ਦੇਖੋ ਤੁਸੀਂ ਕੰਟੈਂਟ ਆ, ਸਟੋਨ ਆਪਾਂ ਯੂਜ਼ ਕਰਦੇ ਆ, ਬ੍ਰਿਕ ਯੂਜ਼ ਕਰਦੇ ਆ, ਲਾਈਮ ਯੂਜ਼ ਕਰਦੇ ਆ, ਸੀਮੈਂਟ ਯੂਜ਼ ਕਰਦੇ ਆ, ਮੈਟਲ ਜਿੱਦਾਂ ਲੋਹੇ ਦੀਆਂ ਸਰੀਏ ਵਗੈਰਾ, ਟਿੰਬਰ, ਸੈਂਡ, ਐਗਰੀਗੇਟ, ਮੋਰਟਰ, ਇਹ ਸਾਰੇ ਕੰਸਟਰਕਸ਼ਨ ਮਟੀਰੀਅਲ ਹੈਗੇ ਨੇ। ਸੋ ਇਹਨਾਂ ਦੀ ਸਪੈਸੀਫਿਕੇਸ਼ਨਸ, ਇਹਨਾਂ ਬਾਰੇ ਅੱਜ ਆਪਾਂ ਮਤਲਬ ਚਾਨਣਾ ਪਾਵਾਂਗੇ ਕਿ ਮਾਰਕੀਟ ਦੇ ਵਿੱਚ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਮਟੀਰੀਅਲ ਹੈਗੇ ਨੇ ਤੇ ਕਿਹੜਾ ਮਟੀਰੀਅਲ ਕਿਹੜੇ ਕੰਮ ਵਾਸਤੇ ਕਿਹੜਾ ਸੂਟੇਬਲ ਆ, ਆਪਾਂ ਨੂੰ ਮਤਲਬ ਫਿਜ਼ੀਕਲੀ ਚੈੱਕ ਕਿੱਦਾਂ ਕਰਨਾ ਵਾ ਲੈਬ ਤੋਂ ਬਗੈਰ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਟੋਨ ਦੀ। ਸੋ ਟਾਈਪਸ ਆਫ ਸਟੋਨਸ ਜਿਹੜੇ ਆ, ਇਗਨੀਅਸ ਰੌਕਸ ਸਟੋਨ ਜਿਹੜੇ ਆ ਇਹ ਸਾਰੇ ਸਾਨੂੰ ਰੌਕਸ ਜਿਹੜੀਆਂ ਚਟਾਨਾਂ ਹੁੰਦੀਆਂ ਵਾ ਉਹਨਾਂ ਤੋਂ ਪ੍ਰਾਪਤ ਹੁੰਦੇ ਆ। ਸੋ ਚਟਾਨਾਂ ਸਾਡੀਆਂ ਇਗਨੀਅਸ ਰੌਕਸ, ਸੈਡੀਮੈਂਟਰੀ ਰੌਕਸ, ਮੈਟਾਮੋਰਫਿਕ ਰੌਕਸ ਤੇ ਉਹਦੇ ਤੋਂ ਸਾਨੂੰ ਸਟੈਰੀਫਾਈਡ, ਅਨਸਟੈਰੀਫਾਈਡ, ਫੋਲੀਏਟਡ, ਸਿਲਸੀਅਸ, ਆਰਜੀਲੀਅਸ ਤੇ ਕੈਲਕਲੇਰੀਅਸ ਇਸ ਰੂਪ ਵਿੱਚ ਸਾਨੂੰ ਮਿਲਦੇ ਆ। ਸੋ ਤੁਸੀਂ ਇਹ ਸਾਰੀ ਜਿਹੜੀ ਫਿਗਰ ਆ ਇੱਕ ਦੇਖ ਰਹੇ ਆ। ਸੋ ਸਭ ਤੋਂ ਪਹਿਲਾਂ ਵੇਖੋ, ਇਹ ਦੇਖੋ ਕਿੱਡਾ ਵਧੀਆ ਫਰੰਟ ਐਲੀਵੇਸ਼ਨ ਆ। ਤੁਸੀਂ ਵੇਖ ਰਹੇ ਆ ਕਿ ਪੱਥਰ ਜਿਹੜਾ ਵਾ ਫਰੰਟ ਤੇ ਲੱਗਾ ਹੈਗਾ। ਸੋ ਕਿੱਡੀ ਵਧੀਆ ਇਹਦੀ ਅਪੀਅਰੈਂਸ ਬਣਦੀ ਹੈ। ਸੋ ਇਹ ਸਟੋਨ ਇੱਥੇ ਯੂਜ਼ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ, ਸਟੋਨ ਸਾਨੂੰ ਮਿਲਦਾ ਵਾ classification of rock stone. So building stones are obtained from rocks occurring in nature and classified into 3 ways. Building stones ਜਿਹੜੇ ਆ ਉਹ ਮਤਲਬ ਇਮਾਰਤੀ ਪੱਥਰ ਜਿਹੜੇ ਆ ਉਹ ਕੁਦਰਤ ਵੱਲੋਂ ਸਾਨੂੰ ਤੋਹਫਾ ਦਿੱਤਾ ਜਾਂਦਾ ਜੋ ਚਟਾਨਾਂ ਤੋਂ ਸਾਨੂੰ ਪ੍ਰਾਪਤ ਹੁੰਦੇ ਆ। ਜਿਓਲੋਜੀਕਲੀ ਆਪਾਂ ਕਲਾਸੀਫਿਕੇਸ਼ਨ ਆ, ਫਿਜ਼ੀਕਲ ਕਲਾਸੀਫਿਕੇਸ਼ਨ ਆ ਤੇ ਕੈਮੀਕਲ ਕਲਾਸੀਫਿਕੇਸ਼ਨ ਆ। ਸੋ ਸਭ ਤੋਂ ਪਹਿਲਾਂ ਆਪਾਂ ਜਿਓਲੋਜੀਕਲ ਕਲਾਸੀਫਿਕੇਸ਼ਨ ਚਟਾਨਾਂ ਦੀ ਕੀ ਆ, ਇਹਦੇ ਵਿੱਚ ਇਗਨੀਅਸ ਰੌਕਸ ਹੁੰਦੀਆਂ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਅਗਨੀ ਚਟਾਨਾਂ। ਤੋ ਰੌਕਸ ਆਰ ਫਾਰਮਡ ਬਾਏ ਕੂਲਿੰਗ ਆਫ ਮੈਗਮਾ। ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਵੀ ਜਵਾਲਾਮੁਖੀ ਫਟਿਆ। ਸੋ ਜਿੰਨਾ ਵੀ ਮਟੀਰੀਅਲ ਹੁੰਦਾ ਧਰਤੀ ਦੇ ਅੰਦਰ ਤੇ ਉਹ ਕੀ ਹੁੰਦਾ ਵਾ ਵੀ ਪ੍ਰੈਸ਼ਰ ਦੇ ਨਾਲ ਤੇ ਹੀਟ ਇੰਨੀ ਜ਼ਿਆਦਾ ਹੁੰਦੀ ਆ, ਉਹ ਸਾਰਾ ਜਿਹੜਾ ਮਟੀਰੀਅਲ ਆ ਉਹ ਪਿਘਲ ਜਾਂਦਾ। ਤੋ ਪਿਘਲਿਆ ਹੋਇਆ ਰੂਪ ਜਿਹੜਾ ਵਾ ਉਹਨੂੰ ਆਪਾਂ ਮੋਲਟਨ ਸਟੇਟ ਕਹਿੰਦੇ ਆ, ਜਿਹਨੂੰ ਆਪਾਂ ਲਾਵਾ ਕਹਿੰਦੇ ਆ। ਉਹ ਲਾਵਾ ਫਿਰ ਫਟਦਾ ਵਾ ਤੇ ਫਿਰ ਉਹ ਠੰਡਾ ਹੋਣ ਤੋਂ ਬਾਅਦ ਜਿਹੜਾ ਪੱਥਰ ਬਣਦਾ ਵਾ ਜਾਂ ਸਟੋਨ, ਉਹਨੂੰ ਆਪਾਂ ਮਤਲਬ ਇਗਨੀਅਸ ਰੌਕਸ ਕਹਿੰਦੇ ਆ। ਤੋ ਇਹਦੇ ਵਿੱਚ ਗ੍ਰੇਨਾਈਟ, ਬਸਾਲਟ, ਡੋਲਰਾਈਟ ਐਕਸੈਟਰਾ ਤੁਸੀਂ ਜਿਹੜੇ ਪੱਥਰ ਆ ਇਹ ਸਾਰੇ ਮਤਲਬ ਇਗਨੀਅਸ ਰੌਕਸ ਤੋਂ ਸਾਨੂੰ ਪ੍ਰਾਪਤ ਹੁੰਦੇ।
तो सैਡੀਮੈਂਟਰੀ ਰੌਕਸ ਕੀ ਹੁੰਦੀਆਂ ਵਾ ਸੈਡੀਮੈਂਟਰੀ ਸ਼ਬਦ ਸੈਡੀਮੈਂਟ ਤੋਂ ਬਣ ਗਿਆ ਜਿੱਦਾਂ ਮਤਲਬ ਅਸੀਂ ਪਾਣੀ ਦੇ ਵਿੱਚ ਜੇ ਮੰਨ ਲਓ ਰੇਤ ਆ ਗਈ ਆ ਸੈਡੀਮੈਂਟ ਉਹ ਹੌਲੀ ਹੌਲੀ ਥੱਲੇ ਬਹਿ ਜਾਂਦੀ ਆ ਸੋ ਇਸ ਤਰ੍ਹਾਂ ਕੀ ਹੁੰਦਾ ਵਾ ਵੀ ਜਿਹੜੇ ਉਹ ਰੌਕਸ ਜਿਹੜੀਆਂ ਟੁੱਟਦੀਆਂ ਵਾ ਚਟਾਨਾਂ ਤੇ ਉਹਦੇ ਨਾਲ ਫਿਰ ਡੀਪੋਜੀਸ਼ਨ ਆਫ ਮਤਲਬ ਵੈਦਰਿੰਗ ਏਜੰਸੀ ਮਤਲਬ ਪਾਣੀ ਦੇ ਨਾਲ ਹਵਾ ਦੇ ਨਾਲ ਉੱਡ ਕੇ ਗਲੇਸ਼ੀਅਰ ਨਾਲ ਰਿੜ ਕੇ ਉਹ ਜਿਹੜੇ ਫਿਰ ਪੱਥਰ ਆ ਜਾਂ ਚਟਾਨਾਂ ਵਾ ਉਹ ਫਿਰ ਹੌਲੀ ਹੌਲੀ ਪ੍ਰੈਸ਼ਰ ਪੈ ਕੇ ਉਹਦੀ ਤਹਿ ਬਣ ਗਈ ਤੇ ਇੱਕ ਨਵੀਆਂ ਤਰ੍ਹਾਂ ਦੀ ਰੌਕਸ ਬਣ ਜਾਂਦੀਆਂ ਸੈਡੀਮੈਂਟ ਬਣ ਜਾਂਦਾ ਵੈਦਰਿੰਗ ਆਉਂਦਾ ਪ੍ਰੀ ਐਗਜ਼ਿਸਟਿੰਗ ਰੌਕਸ ਜਿਹੜੀਆਂ ਸੀਗੀਆਂ ਸੋ ਉਹਨੂੰ ਆਪਾਂ ਮਤਲਬ ਸੈਡੀਮੈਂਟਰੀ ਰੌਕਸ ਕਹਿੰਦੇ ਆ ਸੋ ਇਹਦੇ ਵਿੱਚ ਗ੍ਰੈਵਲ ਸੈਂਡਸਟੋਨ ਆ ਲਾਈਮਸਟੋਨ ਆ ਜਿਪਸਮ ਆ ਐਗੇਟਾਈਟ ਇਹ ਸਾਰੇ ਜਿਹੜੇ ਤੁਹਾਡੇ ਨੇ ਇਹ ਸੈਡੀਮੈਂਟਰੀ ਰੌਕਸ ਦੇ ਵਿੱਚ ਆਉਂਦੇ ਨੇ ਆ ਜਿਹੜੇ ਪੱਥਰ ਗ੍ਰੈਵਲ ਸੈਂਡਸਟੋਨ ਇਹ ਪੱਥਰ ਆ ਇਹ ਸਟੋਨ ਆ ਪਰ ਕਿੱਥੋਂ ਮਿਲਦੇ ਆ ਸੈਡੀਮੈਂਟਰੀ ਰੌਕਸ ਤੋਂ ਇਸ ਤੋਂ ਬਾਅਦ ਮੈਟਾਮਾਰਫਿਕ ਰੌਕਸ these rocks are found by change in character of pre-existing rocks ਮਤਲਬ ਜਿਹੜੀਆਂ ਰੌਕਸ ਆ ਉਹਨਾਂ ਦੇ ਵਿੱਚ ਉਹ ਭਾਵੇਂ ਇਗਨੀਅਸ ਹੋਣ ਉਹ ਭਾਵੇਂ ਸੈਡੀਮੈਂਟਰੀ ਰੌਕਸ ਹੋਣ ਉਹਨਾਂ ਦੇ ਵਿੱਚ ਐਟਮੋਸਫੇਅਰ ਦੇ ਨਾਲ ਜਦੋਂ ਕੋਈ ਚੇਂਜਿੰਗ ਆਉਂਦੀ ਆ ਤੇ ਫਿਰ ਹੀਟ ਦੇ ਨਾਲ ਜਾਂ ਪ੍ਰੈਸ਼ਰ ਨਾਲ ਉਹਨੂੰ ਰੌਕਸ ਨੂੰ ਆਪਾਂ ਮੈਟਾਮਾਰਫਿਕ ਰੌਕਸ ਕਹਿੰਦੇ ਹਾਂ ਠੀਕ ਹੈ ਸੋ ਐਗਜ਼ਾਮਪਲ ਕੁਆਰਟਾਈਜ਼ ਜਿਹੜਾ ਸੱਚੀ ਮਤਲਬ ਸਲੇਟ ਆ ਮਾਰਬਲ ਆ ਇਹ ਸਾਰੇ ਮਤਲਬ ਜਿਹੜੇ ਪੱਥਰ ਆ ਜਿੱਦਾਂ ਮਤਲਬ ਸ਼ੀਟਾਂ ਦੇ ਰੂਪ ਚ ਪ੍ਰਾਪਤ ਹੁੰਦੇ ਨੇ ਸੋ ਇਹ ਜਿਹੜਾ ਘਰਾਂ 'ਚ ਅਸੀਂ ਪੱਥਰ ਲਾਉਂਦੇ ਆ ਮਾਰਬਲ ਵਗੈਰਾ ਇਹ ਸਾਰੇ ਮੈਟਾਮਾਰਫਿਕ ਰੌਕਸ ਦੀ ਕੈਟਾਗਰੀ ਵਿੱਚ ਆਉਂਦੇ ਲਓ ਜੀ ਫਿਜ਼ੀਕਲ ਕਲਾਸੀਫਿਕੇਸ਼ਨ ਜਿਹੜੀਆਂ ਰੌਕਸ ਦੀਆਂ ਹੁਣ ਆਪਾਂ ਜਿਓਲੋਜੀਕਲ ਦੀ ਗੱਲ ਕਰ ਲਈਏ ਇਸ ਤੋਂ ਬਾਅਦ ਫਿਜ਼ੀਕਲ ਕਲਾਸੀਫਿਕੇਸ਼ਨ ਦੀ ਗੱਲ ਕਰਨ ਲੱਗੇ ਸਟੈਰੀਫਾਈਡ ਰੌਕਸ these rocks possess plane of sterification cleavage and such as rocks can be easily split along these planes ਜਦੋਂ ਤੁਸੀਂ ਵੇਖਿਆ ਪੱਥਰ ਜਦੋਂ ਟੁੱਟਦਾ ਵਾ ਤੇ ਉਹਦੇ ਵਿੱਚ ਮਤਲਬ ਜਿੱਦਾਂ ਪਲੇਨਸ ਬਣੇ ਹੁੰਦੇ ਆ ਮਤਲਬ ਜਿੱਦਾਂ ਲਾਈਨਾਂ ਟਾਈਪ ਔਰ ਜਦੋਂ ਤੇ ਸਟੈਰੀਫਾਈ ਹੋਏ ਹੁੰਦੇ ਆ ਤੇ ਉਹਦੇ ਵਿੱਚ ਜਿੱਦਾਂ ਸੈਡੀਮੈਂਟਰੀ ਰੌਕਸ ਆ ਇਹ ਤੁਹਾਡੀ ਆ ਫਿਜ਼ੀਕਲ ਕਲਾਸੀਫਿਕੇਸ਼ਨ ਹੈਗੀ ਆ ਤੋ ਐਂਡ ਸਟੈਰੀਫਾਈਡ ਰੌਕਸ ਜਿਹੜੀਆਂ the structure may be crystalline granular or compact granular ਮਤਲਬ ਜਿਹੜੀ ਸਟੈਰੀਫਾਈਡ ਰੌਕਸ ਹੁੰਦੀਆਂ ਵਾ ਕ੍ਰਿਸਟਲਾਈਨ ਮਤਲਬ ਰੇਸ਼ੇ ਬਣਦੇ ਆ ਰਵੇ ਬਣਦੇ ਉਹਨਾਂ ਦੇ ਤੋ ਉਹ ਮਤਲਬ ਦਾਣੇਦਾਰ ਹੁੰਦੀਆਂ ਜਿੱਦਾਂ ਤੇ ਉਹਨੂੰ ਉਹ ਜਿੱਦਾਂ ਐਗਜ਼ਾਮਪਲਸ ਦਿੱਤੀਆਂ ਵਾ ਇਗਨੀਅਸ ਰੌਕਸ ਆ ਸੈਡੀਮੈਂਟਰੀ ਰੌਕਸ ਆ ਅਫੈਕਟਡ ਬਾਏ ਮੂਵਮੈਂਟ ਆਫ ਅਰਥ ਤੇ ਉਹ ਧਰਤੀ ਤੇ ਜੀ ਮੂਵਮੈਂਟ ਹੁੰਦੀ ਆ ਗਲੇਸ਼ੀਅਰ ਦੇ ਕਾਰਨ ਪੱਥਰ ਰਿੜ ਕੇ ਥੱਲੇ ਆ ਗਿਆ ਸੋ ਇਸ ਤਰ੍ਹਾਂ ਮਤਲਬ ਫਿਜ਼ੀਕਲੀ ਮਤਲਬ ਉਹਦੇ ਵਿੱਚ ਚੇਂਜਿੰਗਸ ਆਉਂਦੀਆਂ ਸੋ ਇਸ ਤੋਂ ਬਾਅਦ ਆਉਂਦੀਆਂ ਫੋਲੀਏਟਡ ਰੌਕਸ ਤੋ ਫੋਲੀਏਟਡ ਰੌਕਸ these rocks are tendency to split up in defined direction ਮਤਲਬ ਜਿਹੜੀ ਫੋਲੀਏਟਡ ਰੌਕਸ ਉਹ ਹੁੰਦੀਆਂ ਵਾ ਵੀ ਉਹ ਰੌਕਸ ਉਹ ਚਟਾਨਾਂ ਜਿਨ੍ਹਾਂ ਵਿੱਚ ਟੈਂਡੈਂਸੀ ਹੁੰਦੀ ਹੈ ਇੱਕ ਬੰਨੇ ਨੂੰ ਉਹ ਮਤਲਬ ਇੱਕ ਡਾਇਰੈਕਸ਼ਨ ਨੂੰ ਸਪਲਿਟ ਅਪ ਹੋ ਜੇ ਮਤਲਬ ਘੁੰਮ ਜਾਣ ਇੱਕ ਬੰਦੇ ਨੂੰ ਪ੍ਰੈਸ ਹੋ ਜਾਣ ਸੋ ਜਿਵੇਂ ਮੈਟਾਮੋਰਫਿਕ ਰੌਕਸ ਜਿਹੜੀਆਂ ਉਹ ਮਤਲਬ ਫੋਲੀਏਟਡ ਰੌਕਸ ਦੀ ਕੈਟਾਗਰੀ ਦੇ ਵਿੱਚ ਆਪਾਂ ਗਿਣਾਂਗੇ ਸੋ ਕੈਮੀਕਲ ਕਲਾਸੀਫਿਕੇਸ਼ਨ ਕੈਮੀਕਲੀ ਕਲਾਸੀਫਿਕੇਸ਼ਨ ਕੀ ਹੈ ਕਿਉਂਕਿ ਇਹ ਤੁਹਾਨੂੰ ਕਲਾਸੀਫਿਕੇਸ਼ਨ ਆਪਾਂ ਤਦ ਕਰਦੇ ਪਏ ਆ ਵਰਗੀਕਰਨ ਕਿਉਂਕਿ ਤੁਹਾਨੂੰ ਪਤਾ ਲੱਗੇ ਪੱਥਰ ਜਿਹੜਾ ਵਾ ਕਿਹੜੀ ਚਟਾਨ ਤੋਂ ਕਿਹੜਾ ਮਿਲਣਾ ਸੋ ਇਸ ਕਰਕੇ ਸਿਲਸੀਅਸ ਰੌਕਸ ਇਨ ਦਿਸ ਰੌਕਸ ਸਿਲਿਕਾ ਇਜ਼ predominate the rocks are hard ਹੁੰਦੀ ਆ ਡਿਊਰੇਬਲ ਹੁੰਦੀ ਆ no easily affected by weathering agency ਮਤਲਬ ਉਹਦੇ ਸਿਲੀ ਜਿਹੜੀ ਸਿਲਕਾ ਵਾ ਜਾਂ ਸਿਲੀਕੌਨ ਆ ਮੁੱਖ ਉਹਦਾ ਤੱਤ ਹੁੰਦਾ ਵਾ ਸੋ ਜਿਵੇਂ ਸੈਂਡ ਦੇ ਵਿੱਚ ਜਿੱਦਾਂ these rocks are durable and not easily affected by weathering agency ਜਿਵੇਂ ਆਪਾਂ ਗ੍ਰੇਨਾਈਟ ਦਾ ਪੱਥਰ ਹੈਗਾ ਬੜਾ ਸਖਤ ਪੱਥਰ ਹੁੰਦਾ ਨਾ ਤੋ ਕੁਆਰਟਾਈਜ਼ ਇਹ ਸਾਰੇ ਜਿਹੜੇ ਸਿਲਸੀਅਸ ਰੌਕਸ ਦੇ ਵਿੱਚ ਆਉਂਦੇ ਨੇ ਆਰਜਿਲੀਅਸ ਰੌਕਸ these rocks clay ਜਿਹਦੇ ਵਿੱਚ ਚੀਕਣੀ ਮਿੱਟੀ ਹੁੰਦੀ ਹੈ the rocks may be dense and compact or may be soft ਮਤਲਬ ਉਹ ਡੈਂਸ ਵੀ ਆ ਸੌਫਟ ਵੀ ਹੋਊਗੀ ਉਹ ਰੌਕ ਤੋਂ ਜਿੱਦਾਂ ਸਲੇਟ ਹੈਗੀ ਆ ਲੈਟਰਾਈਟਸ ਆ ਇਹ ਸਾਰੀਆਂ ਰੌਕਸ ਜਿਹੜੀਆਂ ਆਰਜਿਲੀਅਸ ਰੌਕਸ ਦੇ ਵਿੱਚ ਦੀ ਕੈਟਾਗਰੀ ਵਿੱਚ ਆਉਂਦੀਆਂ ਕੈਲਕਲੇਰੀਅਸ ਰੌਕਸ ਤੋਂ ਕੈਲਕਲੇਰੀਅਸ ਰੌਕਸ ਹੁੰਦਾ ਵਾ ਜਿਹਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਤੋ the durability of this rocks will depend upon the consistent ਤੇ ਉਹਦੇ ਵਿੱਚ ਐਟਮੋਸਫੇਅਰ ਦੇ ਵਿੱਚ ਕਿਹੜਾ ਕੰਸਿਸਟੈਂਟ ਹੈਗਾ ਜਿੱਦਾਂ ਲਾਈਮ ਆ ਤੇ ਲਾਈਮਸਟੋਨ ਆ ਮਾਰਬਲ ਆ ਜਿੱਦਾਂ ਤੇ ਜੇ ਸੈਂਡ ਆ ਤੇ ਸੈਂਡਸਟੋਨ ਹੋਊਗਾ ਸੋ ਇਸ ਕਰਕੇ ਇਹ ਕੈਲਕਲੇਰੀਅਸ ਰੌਕਸ ਦੀ ਕੈਟਾਗਰੀ ਵਿੱਚ ਆਉਂਦੀਆਂ ਲਓ ਜੀ ਯੂਜ਼ ਆਫ
ਸਟੋਨ ਦੀ ਆਪਾਂ ਵਰਤੋਂ ਕਿੱਥੇ ਕਰਦੇ ਹਾਂ? ਸਟੋਨ ਦੀ ਵਰਤੋਂ ਆਪਾਂ ਕਿਵੇਂ ਕਰਦੇ ਹਾਂ? ਵੇਖੋ ਤੁਹਾਡੀਆਂ ਇਮਾਰਤਾਂ ਬਣਦੀਆਂ, ਬਿਲਡਿੰਗਸ ਬਣਦੀਆਂ, ਉਹਦੇ ਵਿੱਚ ਵੇਖੋ ਪੱਥਰ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਜਿਵੇਂ ਆਪਾਂ ਮਤਲਬ ਸਟਰਕਚਰ ਐਜ ਏ ਸਟਰਕਚਰ ਸਟੋਨ ਨੂੰ ਯੂਜ਼ ਕਰਦੇ ਹਾਂ, ਜਿਵੇਂ ਫਾਊਂਡੇਸ਼ਨ ਆ, ਆਪਾਂ ਜਿੱਦਾਂ ਪਹਾੜਾਂ ਦੇ ਵਿੱਚ ਪੱਥਰ ਆਮ ਮਿਲਦਾ ਵਾ, ਸੋ ਉੱਥੇ ਮਤਲਬ ਜਿਹੜੀਆਂ ਫਾਊਂਡੇਸ਼ਨ ਆ ਉਹਦੀ ਆਪਾਂ ਪੱਥਰ ਨਾਲ ਬਣਾਉਂਦੇ ਆ। ਕੰਧਾਂ ਵਾਲਸ ਬਣਾ ਸਕਦੇ ਆ, ਕਾਲਮ ਬਣਾ ਸਕਦੇ ਆ। ਲਿੰਟਲਸ ਕੀ ਹੁੰਦਾ ਵਾ? ਜਿਵੇਂ ਮਤਲਬ ਤੁਹਾਡੇ ਬੂਹਾ ਜਾਂ ਜਿਹੜੀ ਖਿੜਕੀ ਆ ਜਾਂ ਕੋਈ ਓਪਨਿੰਗ ਆ, ਉਹਦੇ ਉੱਪਰ ਮਤਲਬ ਆਪਾਂ ਜਿਹੜਾ ਬੈਰੀਅਰ ਬਣਾਉਂਦੇ ਆ। ਸੋ ਆਰਚਸ ਕੀ ਹੋ ਗਈਆਂ? ਜਿਹੜੀਆਂ ਡਾਟਾਂ ਹੁੰਦੀਆਂ, ਗੁਲਾਈਆਂ, ਰੂਫਸ, ਛੱਤਾਂ, ਫਲੋਰਸ, ਫਰਸ਼ਾਂ ਦੇ ਵਿੱਚ ਵੀ ਵੇਖੋ ਪੱਥਰ ਦਾ ਯੂਜ਼ ਕੀਤਾ ਜਾਂਦਾ। ਡੈਂਪ ਪ੍ਰੂਫ ਕੋਰਸ, ਸਲਾਬਾ, ਹੁਣ ਜਿਹੜਾ ਸਲਾਬਾ ਵਾ, ਸਲਾਬੇ ਨੂੰ ਰੋਕਣ ਵਾਸਤੇ ਵੀ ਆਪਾਂ ਪੱਥਰ ਦਾ ਵਾਰ ਲਾ ਸਕਦੇ ਹਾਂ। ਸੋ ਇਸ ਤਰ੍ਹਾਂ ਮਤਲਬ ਆਪਾਂ ਸਟਰਕਚਰ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਤੁਸੀਂ ਕਈ ਵਾਰੀ ਵੇਖਿਆ ਹੋਗਾ ਵੀ ਨਹਿਰਾਂ ਦੇ ਜਿਹੜੇ ਕਿਨਾਰੇ ਆ, ਉੱਥੇ ਵੀ ਤਾਰਾਂ ਦੇ ਨਾਲ ਪੱਥਰ ਬੱਧੇ ਹੁੰਦੇ ਆ, ਤਾਂ ਜੋ ਜਿਹੜੇ ਕਿਨਾਰੇ ਆ ਉਹ ਪਾਣੀ ਨਾਲ ਖੋਰਾ ਨਾ ਲੱਗੇ। ਸੋ ਇਸ ਤਰ੍ਹਾਂ ਵੀ ਉਹ ਸਟਰਕਚਰ ਆਪਾਂ ਯੂਜ਼ ਕਰਦੇ ਹਾਂ। ਇਸ ਤੋਂ ਬਾਅਦ ਫੇਸ ਵਰਕ ਕੀ ਆ ਵੀ ਅੱਜ ਕੱਲ ਵੇਖੋ ਤੁਸੀਂ, ਮੈਂ ਹੁਣੇ ਤੁਹਾਨੂੰ ਪਹਿਲਾਂ ਫੋਟੋ ਦਿਖਾਈ ਸੀ ਇੱਕ, ਕਿ ਆਪਾਂ ਇੱਟਾਂ ਦੀ ਚਿਣਾਈ ਕੀਤੀ ਆ ਤੇ ਫਰੰਟ ਤੇ ਆਪਾਂ ਪੱਥਰ ਲਾਤਾ। ਅੱਜ ਕੱਲ ਬੜਾ ਰਿਵਾਜ ਆ, ਅੱਜ ਕੱਲ ਵਿਟਰੀਫਾਈਡ ਟਾਈਲਸ ਲਾਈਆਂ ਜਾਂਦੀਆਂ, ਪਰ ਪੱਥਰ ਦੇ ਵੀ ਫੇਸਿੰਗ ਕੀਤੀ ਜਾਂਦੀ ਆ। ਸੋ ਸਟੋਨ ਆਰ adopt to give massive appearance to the structure. ਵਾਲ ਆਰ ਜਿਹੜੀਆਂ ਕੰਧਾਂ ਵਾ ਉਹ ਬ੍ਰਿਕਸ ਦੀਆਂ ਬਣੀਆਂ ਹੁੰਦੀਆਂ, ਫੇਸਿੰਗ ਜਿਹੜੀ ਉਹਦੀ ਪੱਥਰ ਦੇ ਨਾਲ ਆਪਾਂ ਡਿਜ਼ਾਈਨ ਕਰਦੇ ਹਾਂ, ਤੇ ਪੱਥਰ ਦੇ ਨਾਲ ਸ਼ੇਡ ਕਰਦੇ ਹਾਂ, ਜਿਹਦੀ ਅਪੀਅਰੈਂਸ ਜਿਹੜੀ ਆ ਬਹੁਤ ਵਧੀਆ ਲੱਗਦੀ ਆ। ਦਿਸ ਇਜ਼ ਨੋਨ ਐਜ਼ ਕੰਪੋਜਿਟ ਮੈਸਨਰੀ। ਆ ਸ਼ਬਦ ਇੱਕ ਨਵਾਂ ਆ ਗਿਆ, ਕੰਪੋਜਿਟ। ਜਦੋਂ ਜੇ ਤੇ ਕੱਲੀ ਇੱਟਾਂ ਦੀ ਚਿਣਾਈ ਕੀਤੀ ਜਾਵੇ ਤੇ ਆਪਾਂ ਕਹਾਂਗੇ ਬ੍ਰਿਕ ਮੈਸਨਰੀ ਹੈ। ਜੇ ਆਪਾਂ ਕੱਲੀ ਪੱਥਰ ਦੀ ਚਿਣਾਈ ਕਰਾਂਗੇ ਤੇ ਆਪਾਂ ਕਹਾਂਗੇ ਸਟੋਨ ਮੈਸਨਰੀ। ਪਰੰਤੂ ਜਦੋਂ ਆਪਾਂ ਜਿਹੜਾ ਇੱਕ ਮਤਲਬ ਜਿਹੜਾ ਬੈਕਿੰਗ ਆ ਉਹ ਆਪਾਂ ਇੱਟ ਦੀ ਚਿਣਾਈ ਕਰਤੀ, ਫੇਸਿੰਗ ਅਸੀਂ ਸਟੋਨ ਦਾ ਕਰਤਾ, ਇਟ ਮੀਨਸ ਉਹ ਦੋ ਚੀਜ਼ਾਂ ਨਾਲ ਚਿਣਾਈ ਹੋਈ, ਉਹਨੂੰ ਫਿਰ ਆਪਾਂ ਕੰਪੋਜਿਟ ਮੈਸਨਰੀ ਕਹਾਂਗੇ। ਪੇਵਿੰਗ ਸਟੋਨ, ਪੇਵਿੰਗ ਕੀ ਹੁੰਦੀਆਂ? ਤੈਅ। ਤੁਸੀਂ ਵੇਖੋ ਸੜਕ ਬਣਾਉਂਦਿਆਂ ਵੇਖਿਆ ਹੋਊਗਾ, ਚਲੋ ਮਿੱਟੀ ਪੱਧਰੀ ਕਰਦੇ ਆ, ਉਸ ਤੋਂ ਬਾਅਦ ਮੋਟਾ ਪੱਥਰ ਪਾ ਦਿੰਦੇ ਆ। ਇਹਦਾ ਮਤਲਬ ਇੱਕ ਤਹਿ ਜਿਹੜੀ ਆ ਪੱਥਰ ਦੀ ਵਿਛਾ ਦਿੱਤੀ ਜਾਂਦੀ ਆ, ਤੇ ਉਹਦੇ ਉੱਤੇ ਫਿਰ ਮਿੱਟੀ ਤੇ ਪਾਣੀ ਪਾਉਂਦੇ ਆ, ਫਿਰ ਉਹਦੇ ਉੱਪਰ ਜਿਹੜਾ ਰੋਲਰ ਆ, ਜਿਹਨੂੰ ਪੰਜਾਬੀ ਚ ਪਰਲੂ ਕਹਿੰਦੇ ਆ, ਉਹ ਚੱਲਦਾ ਵਾ, ਫਿਰ ਉਹਨੂੰ ਕੰਪਰੈਸ ਕਰਦਾ, ਤੇ ਉਹ ਮਿੱਟੀ ਤੇ ਪਾਣੀ ਦੇ ਨਾਲ ਪੱਥਰ ਦਾ ਆਪਸ ਵਿੱਚ ਇੱਕ ਜੋੜ ਬਣਦਾ, ਉਹਨੂੰ ਆਪਾਂ ਵਾਟਰ ਬਾਉਂਡ ਮੈਕੈਡਮ ਕਹਿੰਦੇ ਆ। ਸੋ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਨੈਕਸਟ ਲੈਕਚਰ ਵਿੱਚ, ਜਦੋਂ ਆਪਾਂ ਰੋਡਸ ਦੀ ਗੱਲ ਕਰਾਂਗੇ। ਸੋ ਪੇਵਿੰਗ ਬਾਰੇ ਤੁਹਾਨੂੰ ਪਤਾ ਲੱਗ ਗਿਆ ਵੀ ਤਹਿ ਦੇ ਤੌਰ ਤੇ ਆਪਾਂ ਯੂਜ਼ ਕਰ ਸਕਦੇ ਹਾਂ। ਜਿਵੇਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਜਿਹੜੀਆਂ ਵਾ, ਉਹਦੇ ਵਿੱਚ ਫਰਸ਼ ਦੇ ਥੱਲੇ ਆਪਾਂ ਤਹਿ ਵਿਛਾ ਸਕਦੇ, ਕਮਰਸ਼ੀਅਲ, ਇੰਡਸਟਰੀਅਲ। ਸੋ ਦੇ ਆਰ ਆਲਸੋ ਅਡਾਪਟ ਇਨ ਫਾਰਮ ਪੇਵਿੰਗ ਆਫ ਰੋਡਸ। ਜਿਹੜੀਆਂ ਰੋਡ ਦੀਆਂ ਤਹਿਆਂ ਵਾ ਉਹ ਵੀ ਆਪਾਂ ਮਤਲਬ ਉਹਦੇ ਚ ਕਰ ਸਕਦੇ ਹਾਂ। ਤਾਂ ਫੁੱਟਪਾਥ ਜਿਹੜੇ ਨਾਲ ਹੁੰਦੇ ਸੜਕ ਦੇ, ਉਹਦੇ ਵਿੱਚ ਫਿਰ ਉੱਥੇ ਆਪਾਂ ਪੱਥਰ ਲਾ ਸਕਦੇ ਹਾਂ। ਠੀਕ ਹੈ ਜੀ। ਲਓ ਜੀ, ਆ ਦੇਖੋ ਬਿਲਡਿੰਗ ਸਟੋਨ ਦੀ ਤੁਸੀਂ ਫੋਟੋ ਵੇਖ ਰਹੇ ਆ, ਵੱਖ-ਵੱਖ ਢੰਗਾਂ ਦੇ ਵਿੱਚ ਵੇਖੋ, ਫੇਸਿੰਗ ਵਾਲੇ ਪਾਸੇ ਆ ਦੀ ਚਿਣਾਈ ਕੀਤੀ ਹੈਗੀ ਆ। ਸੋ ਤੁਸੀਂ ਇਹ ਦੇਖ ਰਹੇ ਆ ਇੱਕ ਸਲਾਈਡ ਜਿਹਦੇ ਵਿੱਚ ਸਟੋਨ ਨੂੰ ਐਜ਼ ਬਿਲਡਿੰਗ ਮਟੀਰੀਅਲ ਯੂਜ਼ ਕੀਤਾ ਗਿਆ। ਲਓ ਜੀ, ਬੇਸਿਕ ਮਟੀਰੀਅਲ ਦੇ ਤੌਰ ਤੇ ਸਟੋਨ ਆਰ disintegrate and convert to form a basic material of cement concrete। ਹੁਣ ਦਾ ਮਤਲਬ ਬੇਸਿਕ ਮਟੀਰੀਅਲ ਕੀ, ਜਿਹਦਾ ਸੀਮੈਂਟ ਬਣਾਉਣਾ ਵਾ। ਸੀਮੈਂਟ ਵੀ ਕੈਲਕਲੇਰੀਅਸ, ਆਰਜੀਲੀਅਸ ਜਿਹੜੇ ਪੱਥਰ ਹੁੰਦੇ ਆ, ਉਹਨਾਂ ਨੂੰ ਮਤਲਬ ਚਟਾਨ ਨੂੰ ਤੋੜ ਕੇ ਉਹਨੂੰ ਇੰਟਰਗ੍ਰੇਟ ਕਰਕੇ ਉਹਨੂੰ ਮਤਲਬ ਆਪਾਂ ਸੀਮੈਂਟ ਬਣਾਉਂਦੇ ਆ। ਕਈ ਵਾਰ ਜਾ ਤੇ ਮੋਰਮ ਆਫ ਰੋਡਸ, ਜਿਹੜਾ ਰੋਡਸ ਆ, ਰੋਡ ਦੇ ਵਿੱਚ ਮਰਮ ਮਤਲਬ ਕੈਲਕਲੇਰੀਅਸ ਸੀਮੈਂਟਸ, ਆਰਟੀਫੀਸ਼ੀਅਲ ਸਟੋਨਸ ਜਿਹੜੇ ਆ, ਹਾਲੋ ਬਲੌਕਸ ਜਿਹੜੇ ਆ, ਇਹ ਸਾਰੇ ਮਤਲਬ ਆਪਾਂ ਬੇਸਿਕ ਮਟੀਰੀਅਲ ਦੇ ਤੌਰ ਤੇ ਵੀ ਆਪਾਂ ਉਹਨੂੰ ਸਟੋਨ ਨੂੰ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਮਤਲਬ ਸੀਵਰੇਜ ਦੇ ਜਿਹੜੇ ਪਾਈਪ ਹੁੰਦੇ ਨੇ, ਉਹਦੇ ਵਿੱਚ ਅਰਥਨ ਵੇਅਰ ਹੁੰਦੇ ਨੇ, ਕੁਝ ਸਟੋਨ ਵੇਅਰ ਹੁੰਦੇ ਨੇ, ਤਾਂ ਪੱਥਰ ਨੂੰ ਤੋੜ ਕੇ ਫਿਰ ਆਪਾਂ ਮੋਲਡ ਕਰਕੇ ਉਹ ਪਾਈਪ ਬਣਾਉਂਦੇ ਆ। ਉਹ ਫਿਰ ਬੇਸਿਕ ਮਟੀਰੀਅਲ ਉਹਦਾ ਜਿਹੜਾ ਵਾ ਪੱਥਰ ਤੋਂ ਤਿਆਰ ਹੋਏ ਉਹ ਪਾਈਪ। ਸੋ ਮਿਸਲੀਨੀਅਸ ਹੋਰ ਆਪਾਂ ਸਟੋਨਸ ਆਰ ਯੂਜ਼ ਫॉर ਬਲਾਸਟ ਫॉर ਰੇਲਵੇ। ਆ ਸ਼ਬਦ ਆ ਗਿਆ ਬਲਾਸਟ। ਸੋ ਬਲਾਸਟ ਕੀ ਚੀਜ਼ ਹੁੰਦੀ ਆ? ਕਿਉਂਕਿ ਜਿਹੜਾ ਬਲਾਸਟ ਆ, ਇਹ ਰੇਲਵੇ ਲਾਈਨ ਦੇ ਥੱਲੇ ਜਿਹੜੀ ਪੱਥਰ ਵਿਛਾਇਆ ਹੁੰਦਾ ਮੋਟਾ, ਉਹ ਪੱਥਰ ਨੂੰ ਆਪਾਂ ਬਲਾਸਟ ਕਹਿੰਦੇ ਆ।
ਉਹ ਕਿਉਂ ਕਹਿੰਦੇ ਆ ਕਿਉਂਕਿ ਜੋ ਰੇਲ ਗੱਡੀ ਚੱਲਦੀ ਆ ਤੇ ਬੜੀ ਕੰਪਨਸੇਟ ਕਰਦੀ ਆ, ਸੋ ਉਹਦੇ ਸ਼ੌਕਸ ਨੂੰ ਅਬਜ਼ੌਰਬ ਕਰਨ ਵਾਸਤੇ ਉਹ ਪੱਥਰ ਨੂੰ ਆਪਾਂ ਲਾਉਂਦੇ ਆ। ਸੋ ਉਹ ਜਿਹੜਾ ਬਲਾਸਟ ਆ ਉਹ ਵੀ ਫਿਰ ਆਪਾਂ ਸਟੋਨ ਦਾ ਯੂਜ਼ ਕਰਦੇ ਆ। ਫਲਕਸ ਇਨ ਬਲਾਸਟ ਫਰਨਸ ਤੋਂ ਬਲੌਕ ਇਨ ਕੰਸਟਰਕਸ਼ਨ ਆਫ ਬ੍ਰਿਜ, ਮਤਲਬ ਜਿਹੜੇ ਬ੍ਰਿਜ ਆ ਉੱਥੇ ਜਿਹੜੇ ਬਲੌਕਸ ਬਣਾਉਂਦੇ ਆ। ਸੋ ਪੀਅਰਸ, ਪੀਅਰਸ ਕੀ ਹੁੰਦੇ ਨੇ, ਜਿਹੜੇ ਪੁਲ ਦੇ ਥੱਲੇ ਵੱਡੇ ਵੱਡੇ ਥੰਮ ਹੁੰਦੇ ਨੇ। ਅਬਟਮੈਂਟਸ, ਆ ਸ਼ਬਦ ਜਿਹੜਾ ਅਬਟਮੈਂਟ ਆ ਇਹ ਕੀ ਚੀਜ਼ ਹੁੰਦੀ ਆ, ਤੁਸੀਂ ਕਈ ਵਾਰੀ ਤੁਸੀਂ ਸਾਰੇ ਜਾਣੇ ਹੁਣ ਇੱਕ ਆਪਣੇ ਧਿਆਨ ਦੇ ਵਿੱਚ ਪੁਲ ਨੂੰ ਲੈ ਕੇ ਆਓਗੇ, ਤਾਂ ਤੁਸੀਂ ਸਾਰਿਆਂ ਨੇ ਪੁਲ ਦੇਖਿਆ ਹੋਊਗਾ। ਤੇ ਪੁਲ ਤੇ ਜਦੋਂ ਵੇਖਦੇ ਆ ਵੀ ਸੜਕ, ਜਦੋਂ ਸੜਕ ਤੋਂ ਬਾਅਦ ਜਦੋਂ ਪੁਲ ਸਟਾਰਟ ਹੁੰਦਾ ਤੇ ਜਿਹੜੀ ਪਹਿਲੀ ਸਪੋਰਟ ਆ ਜਿਹੜੀ ਸੜਕ ਦੇ ਨਾਲ ਕੰਧ ਕੀਤੀ ਹੁੰਦੀ ਆ, ਪਹਿਲੀ ਜਿਹੜੀ ਸਪੋਰਟ ਆ ਉਹਨੂੰ ਆਪਾਂ ਅਬਟਮੈਂਟ ਕਹਿੰਦੇ ਆ। ਤੇ ਜਿਹੜੇ ਵਿੱਚ ਪਿੱਲਰ ਦਿੱਤੇ ਹੁੰਦੇ ਲੰਬੇ ਲੰਬੇ ਉਹ ਪੀਅਰਸ ਹੁੰਦੇ ਨੇ, ਠੀਕ ਹੈ ਜੀ। ਸੋ ਆਰਟੀਫੀਸ਼ੀਅਲ ਸਟੋਨਸ, ਹਾਲੋ ਬਲੌਕਸ ਇਹ ਆਪਾਂ ਯੂਜ਼ ਕਰਦੇ ਆ। ਸੋ ਇਸ ਤੋਂ ਬਾਅਦ ਬਲੌਕਸ ਇਨ ਦਾ ਕੰਸਟਰਕਸ਼ਨ ਬ੍ਰਿਜ, ਪੀਅਰ, ਅਬਟਮੈਂਟਸ, ਰਿਟੇਨਿੰਗ ਵਾਲਸ। ਰਿਟੇਨਿੰਗ ਵਾਲਸ ਕੀ ਹੁੰਦੀਆਂ, ਜਿੱਦਾਂ ਪਹਾੜਾਂ ਦੇ ਵਿੱਚ ਸੜਕਾਂ ਬਣਾਉਂਦੇ ਆ ਤੇ ਤੁਹਾਨੂੰ ਪਤਾ ਉੱਥੇ ਲੈਂਡਸਲਾਈਡ ਹੋ ਜਾਂਦੀ ਆ ਤੇ ਮਿੱਟੀ ਜਿਹੜੀ ਸੜਕ ਤੇ ਨਾ ਆਵੇ ਤਾਂ ਕਿਨਾਰਿਆਂ ਦੇ ਨਾਲ ਨਾਲ ਪੱਥਰ ਲਾ ਦਿੱਤੇ ਜਾਂਦੇ ਆ। ਉਹ ਇੱਕ ਕੰਧ ਆ ਜਿਹੜੀ ਮਿੱਟੀ ਨੂੰ ਰਿਟੇਨ ਕਰਕੇ ਰੱਖਦੀ ਆ, ਉਹਨੂੰ ਅੱਗੇ ਨਹੀਂ ਆਉਣ ਦਿੰਦੀ। ਸੋ ਉਹ ਰਿਟੇਨਿੰਗ ਵਾਲਸ, ਲਾਈਟ ਹਾਊਸ ਜਿਹੜੇ ਸਮੁੰਦਰ 'ਚ ਬਣੇ ਹੁੰਦੇ ਆ, ਚਾਨਣ ਮਨਾਰੇ, ਡੈਮਸ, ਇਹ ਸਾਰੇ ਆਪਾਂ ਪੱਥਰ ਨੂੰ ਆਪਾਂ ਉਹਦਾ ਕੰਸਟਰਕਸ਼ਨ ਮਟੀਰੀਅਲ ਯੂਜ਼ ਕਰਦੇ। ਇਸ ਤੋਂ ਬਾਅਦ ਕੁਆਲਿਟੀ ਆਫ ਗੁੱਡ ਬਿਲਡਿੰਗ ਸਟੋਨ। ਬਿਲਡਿੰਗ ਸਟੋਨ ਦੀ ਕੁਆਲਿਟੀ ਜਿਹੜੀ ਆ, ਕ੍ਰਸ਼ਿੰਗ ਸਟਰੈਂਥ ਜਿਹੜੀ ਆ, ਕ੍ਰਸ਼ਿੰਗ ਸਟਰੈਂਥ ਦਾ ਮਤਲਬ ਹੁੰਦਾ, ਜਿੱਦਾਂ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਦਾ ਵਾਂ ਕਿ ਆਪਾਂ ਲੱਡੂ ਦੇ ਸਾਰਿਆਂ ਖਾਧਾ ਹੋਊਗਾ। ਹੁਣ ਮਤਲਬ ਲੱਡੂ ਨੂੰ ਜੇ ਹੱਥ ਵਿੱਚ ਰੱਖ ਕੇ ਕਰੀਏ ਤੇ ਲੱਡੂ ਭੁਰ ਜਾਂਦਾ ਨਾ, ਪਰ ਜੇ ਪੱਥਰ ਦਾ ਲੱਡੂ ਬਣਿਆ ਹੋਊਗਾ ਤੇ ਮੇਰੇ ਖਿਆਲ ਉਹਨੂੰ ਤੁਸੀਂ ਨੱਪੋਗੇ ਤੇ ਉਹ ਨਹੀਂ ਭੁਰੂਗਾ, ਇਹਦਾ ਮਤਲਬ ਉਹ ਕ੍ਰਸ਼ ਨਹੀਂ ਕਰੂਗਾ। ਸੋ ਪੱਥਰ ਦੀ ਜਿਹੜੀ ਕ੍ਰਸ਼ਿੰਗ ਸਟਰੈਂਥ ਆ ਉਹ 1000 kg ਪਰ ਸੈਂਟੀਮੀਟਰ ਸਕੁਅਰ ਆ, ਮਤਲਬ 1 ਸੈਂਟੀਮੀਟਰ ਸਕੁਅਰ ਦੇ ਉੱਪਰ ਜੇ 1000 ਕਿਲੋਗ੍ਰਾਮ ਭਾਰ ਪਊਗਾ ਤੇ ਉਹ ਮਤਲਬ ਕ੍ਰਸ਼ ਨਹੀਂ ਹੋਊਗਾ। ਅਪੀਅਰੈਂਸ, ਮਤਲਬ ਗੁੱਡ ਬਿਲਡਿੰਗ ਸਟੋਨ ਜਿਹੜਾ ਵਾ ਉਹ ਯੂਨੀਫਾਰਮ ਕਲਰ 'ਚ ਹੋਣਾ ਚਾਹੀਦਾ, ਫ੍ਰੀ ਫਰਮ ਕਲੇ, ਚੀਕਨੀ ਮਿੱਟੀ ਦੇ ਹੋਲ ਨਹੀਂ ਹੋਣੇ ਚਾਹੀਦੇ ਆ, ਸਪੌਟਸ ਨਹੀਂ ਹੋਣੇ ਚਾਹੀਦੇ, ਕੋਈ ਧੱਬੇ ਵਗੈਰਾ, ਸੋ ਕੋਈ ਕਲਰ ਬੈਂਡਸ ਨਹੀਂ ਬਣਿਆ ਹੋਣਾ ਚਾਹੀਦਾ। ਤੇ ਇਸ ਕਰਕੇ ਉਹ ਜਿਹੜਾ ਕਲਰ ਵਾ ਉਹਦਾ ਲੌਂਗ ਟਾਈਮ ਰਹੂਗਾ। ਸੋ ਡਿਊਰੇਬਿਲਿਟੀ, ਡਿਊਰੇਬਿਲਿਟੀ ਦਾ ਮਤਲਬ ਹੁੰਦਾ ਵੀ ਗੁੱਡ ਬਿਲਡਿੰਗ ਸਟੋਨ ਜਿਹੜਾ ਡਿਊਰੇਬਲ ਹੋਣਾ ਚਾਹੀਦਾ। ਫੈਕਟਰ, ਜਿੱਦਾਂ ਹੀਟ, ਕੋਲਡ, ਅਲਟਰਨੇਟਿਵ, ਵੈਟ ਆ, ਜਿੱਦਾਂ ਮਤਲਬ ਪੱਥਰ ਦੀ ਚਿਣਾਈ ਕਰਤੀ ਆ ਤੇ ਜੇ ਮੀਂਹ ਆ ਗਿਆ ਜੀ, ਜੇ ਕਹੂਗਾ ਜੀ ਪੱਥਰ ਖੁਰ ਗਿਆ ਜੀ, ਇਹਦਾ ਮਤਲਬ ਜਿੱਦਾਂ ਸਾਬਣ ਦੀ ਚਾਕੀ ਰੱਖ ਦੋਗੇ ਬਾਹਰ ਮੀਂਹ 'ਚ ਤੇ ਸਾਬਣ ਤੁਹਾਨੂੰ ਲੱਭੂਗਾ ਨਹੀਂ, 2 ਘੰਟੇ ਮੀਂਹ ਪਊਗਾ, ਕਿਉਂਕਿ ਉਹ ਮੀਂਹ ਦੇ ਨਾਲ ਉਹ ਮਤਲਬ ਡਿਊਰੇਬਲ ਨਹੀਂ ਹੈਗਾ। ਸੋ ਪੱਥਰ ਦੇ ਵਿੱਚ ਜਿਹੜੀ ਡਿਊਰੇਬਿਲਿਟੀ ਹੋਣੀ ਚਾਹੀਦੀ ਆ, ਮਤਲਬ ਉਹ ਵੈਟ, ਡਰਾਈ, ਜਿਹੜਾ ਵਾ ਗੈਸਸ ਆ, ਰੇਨ, ਹਾਈ ਵੈਲੋਸਿਟੀ ਦੇ ਨਾਲ ਜਿਹੜੀ 에ਅਰ ਆ ਉਹਦੇ ਤੇ ਮਤਲਬ ਉਹ ਝੱਲਣਯੋਗ ਹੋਵੇ। ਤਾਂ ਫ੍ਰੈਕਚਰ, ਗੁੱਡ ਬਿਲਡਿੰਗ ਸਟੋਨ ਇਜ਼ ਫ੍ਰੈਕਚਰ ਸ਼ੁੱਡ ਬੀ ਸ਼ਾਰਪ ਹੋਣੇ ਚਾਹੀਦੇ ਆ, ਈਵਨ ਹੋਣੇ ਚਾਹੀਦੇ ਤੇ ਕਲੀਅਰ ਹੋਣੇ ਚਾਹੀਦੇ ਆ। ਆ ਦੇਖੋ ਬਿਲਡਿੰਗ ਸਟੋਨ। ਇਸ ਤੋਂ ਬਾਅਦ ਹਾਰਡਨੈਸ, ਜਿਹੜਾ ਬਿਲਡਿੰਗ ਸਟੋਨ ਹਾਰਡ ਹੋਣਾ ਚਾਹੀਦਾ, ਮਤਲਬ ਜਿੱਦਾਂ ਹੁਣ ਕੁਝ ਫੈਕਟਰਸ ਹੈਗੇ ਨੇ, ਹਾਰਡੈਸਟ ਗ੍ਰੇਟਰ ਦੈਨ 17 ਟ੍ਰੀਟਡ ਐਜ਼ ਹਾਰਡ ਯੂਜ਼ ਇਨ ਰੋਡ ਵਰਕ। ਹੁਣ 14 ਤੋਂ 17 ਜਿਹਦੀ ਹਾਰਡਨੈਸ ਹੁੰਦੀ ਆ, ਮੀਡੀਅਮ ਹਾਰਡ ਹੁੰਦੇ ਨੇ ਤੇ 14 ਤੋਂ ਜਿਹੜੇ ਘੱਟ ਹੁੰਦੇ ਨੇ ਉਹ ਪੂਅਰ ਹਾਰਡਨੈਸ ਹੁੰਦੇ ਨੇ। ਸੋ ਹਾਰਡਨੈਸ ਦਾ ਇੱਕ ਫੈਕਟਰ ਹੈਗਾ ਵਾ। ਸੋ ਆਪਾਂ ਜਦੋਂ ਸੜਕ ਦੇ ਵਿੱਚ ਜੇ ਸੌਫਟ ਪੱਥਰ ਯੂਜ਼ ਕਰਾਂਗੇ ਤੇ ਕਿਉਂਕਿ ਵੱਡੇ ਵੱਡੇ ਵਾਹੀਕਲ ਚੱਲਦੇ ਆ, ਉਹਨਾਂ ਦੇ ਟਾਇਰਾਂ ਨਾਲ ਘਿਸ ਜਾਣਗੇ, ਸੋ ਮਤਲਬ ਫਿਰ ਸਾਡੀ ਸੜਕ ਜਿਹੜੀ ਆ ਅੱਛੀ ਤਰ੍ਹਾਂ ਕੰਮ ਨਹੀਂ ਕਰੂਗੀ। ਪਰਸੈਂਟੇਜ ਆਫ ਵੀਅਰ, ਮਤਲਬ ਗੁੱਡ ਕੁਆਲਿਟੀ ਜਿਹੜੀ ਆ ਸਟੋਨ ਦੀ ਬਿਲਡਿੰਗ ਦੀ ਉਹ ਇਹ ਹੈਗੀ ਆ ਵੀ ਉਹ ਉਹਦੀ ਜਿਹੜੀ ਪਰਸੈਂਟੇਜ ਵੀਅਰ, ਮਤਲਬ ਘਸਾਈ ਜਿਹੜੀ ਆ ਉਹ ਮਤਲਬ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ, ਲੈਸ ਦੈਨ 3%। ਤੇ ਰੈਜ਼ਿਸਟੈਂਸ ਟੂ ਫਾਇਰ, ਅੱਗ ਵੀ ਉਹਨੂੰ ਨਹੀਂ ਲੱਗਣੀ ਚਾਹੀਦੀ, ਫਾਇਰ ਪ੍ਰੂਫ ਹੋਣਾ ਚਾਹੀਦਾ ਵਾ। ਸਪੈਸੀਫਿਕ ਗ੍ਰੈਵਿਟੀ ਜਿਹੜੀ ਉਹਦੀ 8.7 ਤੱਕ ਹੋਣੀ ਚਾਹੀਦੀ ਆ। ਟੈਕਸਚਰ, ਇਹ ਗੁੱਡ ਬਿਲਡਿੰਗ ਸਟੋਨ ਜਿਹੜਾ ਵਾ ਹੈਵ ਕੰਪੈਕਟ, ਫਾਈਨ, ਕ੍ਰਿਸਟਲਾਈਨ ਸਟਰਕਚਰ ਹੋਣਾ ਚਾਹੀਦਾ। ਫ੍ਰੀ ਫਰੋਮ ਕੈਵਿਟੀ, ਕੈਵਿਟੀ ਹੁੰਦਾ ਹੋਲਸ, ਜਿੱਦਾਂ ਦੰਦ ਵਿੱਚ ਖੋੜ ਲੱਗ ਜਾਂਦੀ ਆ ਤੇ ਦੰਦ ਭਰਾਉਣ ਜਾਂਦੇ ਆਪਾਂ, ਉਹ ਕੀ ਹੈ, ਕੈਵਿਟੀ। ਸੋ ਪੱਥਰ ਦੇ ਵਿੱਚ ਇਦਾਂ ਦੇ ਖੋੜਸ ਨਹੀਂ ਹੋਣੇ ਚਾਹੀਦੇ, ਕ੍ਰੈਕਸ ਨਹੀਂ ਹੋਣੇ ਚਾਹੀਦੇ, ਪੈਚਸ ਨਹੀਂ ਹੋਣੇ ਚਾਹੀਦੇ, ਤੋ ਆਫ ਸਟਫ, ਲੂਜ਼ ਮਟੀਰੀਅਲ ਵੀ ਉੱਚ ਨਹੀਂ ਹੋਣਾ ਚਾਹੀਦਾ। ਆਹ ਦੇਖੋ ਪੱਥਰ ਤੁਸੀਂ ਵੇਖ ਰਹੇ ਆ। ਵਾਟਰ ਅਬਜ਼ੌਰਪਸ਼ਨ, ਹੁਣ ਵਾਟਰ ਅਬਜ਼ੌਰਪਸ਼ਨ ਕੀ, ਗੁੱਡ ਬਿਲਡਿੰਗ ਸਟੋਨ
परसेंटेज जी अबजॉर्प्शन आ वो 24 घंटे तो जे आपां पानी च डोब छड़ीए तो 60% तो वध पानी चूस मतलब 60% तक मतलब आपां मतलब मैक्सीमम कहता वै 20% तक आपां लैने आ। सो वाटर अबजॉर्प्शन का मतलब जिदा तुसीं हुण फॉर एग्जाम्पल इस चीज़ को समझोगे चंगी तरह कि जदों असीं चाह पीने सवेरे कई बारी ते आपां रस लियाउने आ, एक रस सिंपल हुंदे ने गरीब बंदे बेचारे छकदे आ, एक सूजी वाले रस हुंदे आ। तो सूजी वाला रस जिहड़ा ब्रिटानिया दा वा ਉਹਨੂੰ ਚਾਹ 'ਚ ਡੋਬਾਂਗੇ ਤੇ ਕੁਛ ਚਿਰ ਕੱਢ ਜਾਂਦਾ ਤੇ ਜਿਹੜਾ ਸਿੰਪਲ ਰਸ ਆ ਗਰੀਬਾਂ ਵਾਲਾ ਉਹ ਮਾੜਾ ਜਿਹਾ ਡੋਬਾਂਗੇ ਤੇ ਉਹਨੂੰ ਫਿਰ ਚਾਹ ਦੇ ਵਿੱਚ ਹੀ ਡਿੱਗ ਪੈਂਦਾ ਕਿਉਂਕਿ ਉਹਦੇ ਵਿੱਚ ਪੋਰਸ ਹੁੰਦੇ ਨੇ ਉਹ ਜ਼ਿਆਦਾ ਚਾਹ ਨੂੰ ਅਬਜ਼ੌਰਬ ਕਰ ਲੈਂਦਾ। ਸੋ ਇਸ ਤਰ੍ਹਾਂ ਜੇ ਪੱਥਰ ਪਾਣੀ ਨੂੰ ਅਬਜ਼ੌਰਬ ਕਰੂਗਾ ਤੇ ਫਿਰ ਉਹ ਡੈਂਸ ਨਹੀਂ ਹੋਊਗਾ, ਫਿਰ ਉਹ ਮਤਲਬ ਉਹਦੀ ਜਿਹੜੀ ਹਾਰਡਨੈਸ ਵੀ ਘਟ ਜੂਗੀ। ਸੋ ਵਾਟਰ ਅਬਜ਼ੌਰਪਸ਼ਨ ਵੀ ਜਿਹੜੀ ਆ ਪੱਥਰ ਦੀ ਜਿਹੜੀ ਆ 24 ਘੰਟੇ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੋ 20 ਤੋਂ 60% ਤੱਕ ਆਪਾਂ ਲੈਣੇ। ब्रिक लो पत्थर तो बाद आ गई इट। तो ब्रिक्स आर ऑब्टेन्ड इन मोल्डिंग ਜਿਹੜੀ ਇੱਟਾਂ ਵਾ ਉਹ ਮਤਲਬ ਚਟਾਨਾਂ ਤੋਂ ਨਹੀਂ ਮਿਲਦੀਆਂ, ਇੱਟਾਂ ਨੂੰ ਆਪ ਮੋਲਡ ਕਰਨਾ ਪੈਂਦਾ, ਆਪ ਤਿਆਰ ਕਰਨਾ ਪੈਂਦਾ, ਉਹਨੂੰ ਘੜਨਾ ਪੈਂਦਾ। तो यूनीफॉर्म साइज ਚ ਹੁੰਦੀ ਆ ਇੱਟ। तो ਬਰਨਿੰਗ ਜਦੋਂ ਆਪਾਂ ਨੂੰ ਮੋਲਡ ਕਰਕੇ ਫਿਰ ਸੂਰਜ ਦੀ ਰੋਸ਼ਨੀ 'ਚ ਸੁਕਾ ਕੇ ਤੁਸੀਂ ਵੇਖਿਆ ਹੋਊਗਾ ਰਸਤਿਆਂ ਦੇ ਵਿੱਚ ਜਦੋਂ ਭੱਠਿਆਂ ਦੇ ਲਾਗੇ ਲੰਘਦੇ ਜੋ ਤੇ ਪੈਲੀਆਂ ਦੇ ਵਿੱਚ ਜਦੋਂ ਉਹਨਾਂ ਜਗ੍ਹਾ ਲਈ ਹੁੰਦੀ ਆ ਉਹ ਫਿਰ ਇੱਟਾਂ ਬਣਾਉਣ ਦੇ ਹੁੰਦੇ ਆ, ਇੱਟਾਂ ਨੂੰ ਮੋਲਡ ਕਰਕੇ ਉਹਨੂੰ ਸੁਕਾਉਣ ਦੇ ਹੁੰਦੇ ਆ, ਉਸ ਤੋਂ ਬਾਅਦ ਫਿਰ ਉਹਨੂੰ ਭੱਠੇ ਤੇ ਤਪਾਉਂਦੇ ਆ। ਸੋ ਇੱਟ ਜਿਹੜੀ ਆ ਤੁਸੀਂ ਬ੍ਰਿਕ, ਇਹ ਮਤਲਬ ਬ੍ਰਿਕ ਨੂੰ ਆਪਾਂ ਸਿੰਪਲੈਸਟ ਯੂਨਿਟ ਆਫ ਸਿਵਲ ਇੰਜੀਨੀਅਰਿੰਗ ਕਹਿੰਦੇ ਆ ਕਿਉਂਕਿ ਬ੍ਰਿਕ ਜਿਹੜਾ ਹਰ ਇੱਕ ਕੰਸਟਰਕਸ਼ਨ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। तो स्टैंडर्ड साइज ऑफ ब्रिक ਜਿਹੜਾ ਵਾ एक कन्वेंशनल ਤੇ ट्रेडिशनल कन्वेंशनल ਤੇ ट्रेडिशनल ਦਾ ਮਤਲਬ ਹੁੰਦਾ ਵਾ ਪਰੰਪਰਾਗਤ। ਜਿੱਦਾਂ ਮਤਲਬ ਪਰੰਪਰਾਗਤ ਦੇ ਵਿੱਚ ਤੌਰ ਤੇ ਆਪਾਂ ਮਤਲਬ ਜਿਹੜਾ ਸਾਈਜ਼ ਆ 23 ਸੈਂਟੀਮੀਟਰ ਬਾਈ 11.4 ਸੈਂਟੀਮੀਟਰ ਗੁਣੇ 7.6 ਸੈਂਟੀਮੀਟਰ ਹੁੰਦਾ ਵਾ, ਪਰੰਤੂ ਜਿਹੜਾ ਸਟੈਂਡਰਡ ਸਾਈਜ਼ ਜਿਹਨੂੰ ਮੋਡੂਲਰ ਸਾਈਜ਼ ਕਹਿੰਦੇ ਆ ਉਹ 19 ਸੈਂਟੀਮੀਟਰ ਬਾਈ 9 ਸੈਂਟੀਮੀਟਰ ਬਾਈ 9 ਸੈਂਟੀਮੀਟਰ ਹੁੰਦਾ ਵਾ। ਆ ਦੇਖੋ ਹੁਣ ਬ੍ਰਿਕਸ ਦੇ ਕੁਝ ਕੋਰਸਸ ਨੇ ਜਿਹੜੇ ਆਪਾਂ ਇੱਟ ਤੋਂ ਕਈ ਜਗ੍ਹਾ ਤੇ ਇਹ ਕੀ ਹੈਗਾ ਵਾ ਵੀ ਇਹਨੂੰ ਮਤਲਬ ਮੋਲਡ ਹੀ ਕਰ ਲਿਆ ਜਾਂਦਾ, ਪਰ ਕਈ ਜਿਹੜੇ ਮੈਸਨਸ ਨੇ ਉਹਨੂੰ ਆਪਣੇ ਜਿਹੜੇ ਉਹਨਾਂ ਦੇ ਹਥਿਆਰ ਹੁੰਦੇ ਨੇ ਉਹਦੇ ਦੇ ਨਾਲ ਉਹਨੂੰ ਮਤਲਬ ਬਣਾਉਂਦੇ ਆ। ਜਿੱਦਾਂ ਕੁਈਨ ਕਲੋਜ਼ਰ, ਕੁਈਨ ਕਲੋਜ਼ਰ ਕੀ ਹੈ ਕਿ ਬ੍ਰਿਕ ਨੂੰ ਆਪਾਂ ਕੱਟਣਾ ਵਾ ਲੰਬਾਈ ਦੇ ਰੂਪ 'ਚ, ਲੰਬੇ ਰੂਪ ਵਿੱਚ ਆ 2 ਹਿੱਸਿਆਂ 'ਚ ਵੰਡ ਦੇਣਾ ਵਾ ਤੇ ਉਹਨੂੰ ਆਪਾਂ ਕਹਿੰਦੇ ਆ half down in length, that is queen closure. King closure, brick cut into corner ਤੋਂ ਇੱਟ ਕੱਟ ਦਈਏ ਜਾਂ ਉਹਨੂੰ ਮਿਡਲ ਤੋਂ ਵਿਚਕਾਰੋਂ ਅੱਧ ਚੋਂ ਕੱਟ ਦਈਏ, ਉਹਨੂੰ ਆਪਾਂ ਕੁਈਨ ਕਲੋਜ਼ਰ ਕਹਿੰਦੇ ਆ। ਤਾਂ 3/4 ਬੈਟ, ਇਹ ਬ੍ਰਿਕ ਕੱਟ ਟੂ 3/4 ਮਤਲਬ ਜਿਹਨੂੰ ਆਪਾਂ ਕਈ ਵਾਰੀ ਜਿਹੜੇ ਤੁਸੀਂ ਘਰ ਕੰਮ ਕਰਾਉਂਦੇ ਜੋ ਤੇ ਮਿਸਤਰੀਆਂ ਦੀ ਭਾਸ਼ਾ ਵਾ ਉਹ ਕਹਿੰਦੇ ਆ ਡੇਲੀ ਲੈ ਕੇ ਆ, ਡੇਲੀ। तो बैट में आप डेली भी कह दें ते कई बार कहने पौना लैके आ, पौना मीनस 3/4 मतलब वो फिर जिहड़ा वा यूज किया जाता। क्यों? क्योंकि बिल्डिंग कंस्ट्रक्शन जो आप करते हैं वो बॉन्ड बनाना होंगे, सो ये वास्ते उसकी कंटीन्यूटी तोड़ने वास्ते ये चीज़ां यूज की जाती। हाफ बैट अद्धा रोड़ा, इस तो बाद क्वार्टर बैट जिहड़ा डेली हुंदी आ, तुसीं देख रहे हैं क्वार्टर बैट जिहड़ी आ इत्थे फिगर तुहाडे सामने नज़र आ रही है। सो इहनूं आपां मतलब जिदा अपनी कॉर्नर जंक्शन दी ड्राइंग्स बनाइया होणगियां ਉਹਦੇ ਵਿੱਚ एल सैक्शन कॉर्नर जंक्शन ਤੇ ਉਹਦੇ ਵਿੱਚ ਤੁਸੀਂ ਵੇਖਿਆ ਹੋਊਗਾ ਵੀ ਹੈਡਰ ਕੋਰਸ ਆ, ਹੈਡਰ ਕੋਰਸ ਦੇ ਵਿੱਚ ਜਿਹੜਾ ਵਾ 100 ਦੀ ਇੱਟ ਜਿਹੜੀ ਆ ਕੋਨੀਅਨ ਬ੍ਰਿਕ ਤੋਂ ਬਾਅਦ ਆਪਾਂ ਫਿਰ ਉਹਦੇ ਵਿੱਚ ਕਲੋਜ਼ਰ ਲਾਉਂਦੇ ਆ, ਕੁਈਨ ਕਲੋਜ਼ਰ, ਜਿਹਨੂੰ ਆਪਾਂ 50 mm ਦੇ ਨਾਲ ਸ਼ੇਡ ਕਰਦੇ ਹੁੰਦੇ ਸੀਗੇ। ਸੋ ਇਸ ਤਰ੍ਹਾਂ ਇਹ ਕੁਆਟਰ ਬੈਟ ਜਿਹੜੀ ਆ ਉਹਦਾ ਸਾਈਜ਼ ਆ ਗਿਆ। ਲੋ ਜੀ ਇੱਟ ਦੀ ਕੰਪੋਜੀਸ਼ਨ ਕੀ ਆ? ਅਲਮੀਨਾ ਉਹਦੇ ਵਿੱਚ 20 ਤੋਂ 30% ਹੁੰਦਾ, ਸਿਲਿਕਾ ਉਹਦੇ ਵਿੱਚ 50 ਤੋਂ 60% ਹੁੰਦਾ, ਲਾਈਮ ਜਿਹੜਾ 2 ਤੋਂ 5% ਹੁੰਦਾ, ਮੈਗਨੀਸ਼ੀਆ 0.1% ਹੁੰਦਾ, ਆਇਰਨ ਆਕਸਾਈਡ 5 ਤੋਂ 6% ਹੁੰਦਾ। ਸੋ ਇਹ ਪਰਸੈਂਟੇਜ ਜਿਹੜੀ ਆ ਇੱਕ ਸੁਪਰਵਾਈਜ਼ਰ ਨੇ ਜਾਂ ਜਿਹੜਾ ਇੰਜੀਨੀਅਰ ਆ ਜਾਂ ਜਿਹੜਾ ਵਰਕਰ ਆ ਜਾਂ ਟੈਕਨੀਸ਼ੀਅਨ ਆ ਉਹਨੇ ਚੈੱਕ ਕਰਨੀ ਹੈ। ਜੇ ਕੰਪੋਜੀਸ਼ਨ ਵੱਧ ਘੱਟ ਹੋਊਗੀ ਤੇ ਇੱਟ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਤੁਸੀਂ ਵੇਖਿਆ ਨਾ ਅੱਜ ਕੱਲ ਜਿਹੜੀਆਂ ਕੰਧਾਂ ਕੀਤੀਆਂ ਜਾਂਦੀਆਂ ਵਾ ਉਹਦੇ ਵਿੱਚ ਇੱਟਾਂ ਦਾ ਰੰਗ ਹੋਰ ਤਰ੍ਹਾਂ ਚਿੱਟਾ ਚਿੱਟਾ ਨਜ਼ਰ ਆਉਣ ਲੱਗ ਪੈਂਦਾ, ਜਾਂ ਉਹਨਾਂ ਦੇ ਕੀ ਹੁੰਦਾ ਵਾ ਵੀ ਪਲਾਸਟਰ ਕਰ ਦਈਏ ਤੇ ਥੱਲੇ ਇੱਟਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਨਿਸ਼ਾਨ, ਕਿਉਂਕਿ ਉਹ ਜਿਹੜੀ ਇੱਟ ਦੀ ਕੰਪੋਜੀਸ਼ਨ ਆ
ਜਿਹੜੀ ਉਹਦੇ ਵਿੱਚ ਜੋ ਮਟੀਰੀਅਲ ਚਾਹੀਦਾ ਸੀ ਉਹਦੇ ਵਿੱਚ ਘਾਟ ਵਾਧ ਹੋ ਗਈ, ਉਹਨੂੰ ਆਪਾਂ ਚੈੱਕ ਨਹੀਂ ਕੀਤਾ। ਸੋ ਇਹ ਗੱਲਾਂ ਚੈੱਕ ਕਰਾਂਗੇ ਤੇ ਆਪਾਂ ਵਧੀਆ ਕੁਆਲਿਟੀ ਦੇ ਵਿੱਚ ਮਟੀਰੀਅਲ ਜਿਹੜਾ ਪ੍ਰਾਪਤ ਕਰ ਸਕਦੇ। ਲਓ ਜੀ, ਆ ਦੇਖੋ ਮਾਡਰਨ ਟਾਈਪ ਬ੍ਰਿਕਸ ਹੈਗੀਆਂ, ਬਲੌਕਸ ਹੈਗੇ ਨੇ। ਇਹ ਦੇਖੋ ਅੱਗੇ ਜਿਹੜੀ ਇੱਟ ਤੁਸੀਂ ਵੇਖੀ ਆ ਉਹਦੇ ਚ ਫਰੋਗ ਸੈਂਟਰ ਚ ਹੀ, ਇਹਦੇ ਚ ਤਿੰਨ ਤਿੰਨ ਸ਼ੇਕ ਹੈਗੇ ਆ। ਸੋ ਇਹ ਮਾਡਰਨ ਟਾਈਪ ਜਿਹੜੀਆਂ ਇੱਟਾਂ ਯੂਜ਼ ਕੀਤੀਆਂ ਜਾਂਦੀਆਂ, ਇਹ ਮਾਰਕੀਟ ਦੇ ਵਿੱਚ ਸਾਰੀਆਂ ਅਵੇਲੇਬਲਸ ਹੈਗੀਆਂ। ਬ੍ਰਿਕ ਨੂੰ ਮੈਨੂਫੈਕਚਰਿੰਗ ਕਿੱਦਾਂ ਵਾ, ਤੁਸੀਂ ਸਲਾਈਡ ਵੇਖ ਰਹੇ ਆ। ਤੇ ਸਭ ਤੋਂ ਪਹਿਲਾਂ ਮਿਕਸਿੰਗ ਫਲਾਈ ਐਸ਼। ਹੁਣ ਦੇਖੋ ਇਹਦੇ ਵਿੱਚ ਬ੍ਰਿਕ ਮੈਨੂਫੈਕਚਰਿੰਗ ਦਾ ਤੁਹਾਨੂੰ ਇੱਕ ਫਲੋ ਚਾਰਟ ਦਿੱਤਾ ਵਾ। ਸੋ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਦਿੰਦਾ ਵਾ ਕਿ ਮਤਲਬ ਜਿਹੜਾ ਇੱਟਾਂ ਵਾ, ਸਭ ਤੋਂ ਪਹਿਲਾਂ ਜਿਹੜਾ ਮਿੱਟੀ ਜਿਹੜੀ ਆ, ਜਿਹੜੇ ਤੁਹਾਨੂੰ ਪਹਿਲਾਂ ਕੰਸਿਸਟੈਂਟ ਦਿਖਾਇਆ ਕਿੰਨੇ ਪਰਸੈਂਟ ਹੋਣੇ ਚਾਹੀਦੇ ਆ, ਉਸ ਤੋਂ ਬਾਅਦ ਉਹਨੂੰ ਮੋਲਡ ਤਿਆਰ ਕੀਤਾ ਜਾਂਦਾ। ਫਿਰ ਇੱਟਾਂ ਨੂੰ ਮੋਲਡ ਵਿੱਚ ਬਣਾ ਕੇ ਫਿਰ ਧੁੱਪੇ ਸੁਕਾਈਆਂ ਜਾਂਦੀਆਂ ਸੂਰਜ ਦੀ ਰੋਸ਼ਨੀ ਦੇ ਵਿੱਚ। ਉਸ ਤੋਂ ਬਾਅਦ ਭੱਠੇ ਤੇ, ਜਿਹਨੂੰ ਕਿਲਨ ਕਹਿੰਦੇ ਆ, ਉਹਦੇ ਤੇ ਪਕਾਈਆਂ ਜਾਂਦੀਆਂ। ਤੁਸੀਂ ਆ ਦੇਖ ਰਹੇ ਆ ਫੋਟੋ, ਦੇਖੋ ਸਭ ਤੋਂ ਪਹਿਲੀ ਫੋਟੋ ਜਿਹੜੀ ਇੱਟਾਂ ਜਿਹੜੀਆਂ ਸਨ ਡਰਾਈ ਬ੍ਰਿਕਸ ਹੈਗੀਆਂ, ਫਿਰ ਉਸ ਤੋਂ ਬਾਅਦ ਭੱਠੇ ਤੇ ਲਿਆਂਦਾ, ਫਿਰ ਉਸ ਤੋਂ ਬਾਅਦ ਆ ਦੇਖੋ ਹੀਟ ਦੇ ਨਾਲ ਉਹ ਇੱਟਾਂ ਪਕਾਈਆਂ ਜਾਂਦੀਆਂ। ਆ ਦੇਖੋ ਜਦੋਂ ਇਸ ਤਰ੍ਹਾਂ ਦੀਆਂ ਸਪੈਸ਼ਲ ਟਾਈਪਸ ਵੀ ਬ੍ਰਿਕਸ ਆਪਾਂ ਤਿਆਰ ਕਰਦੇ ਹਾਂ, ਤਾਂ ਜੋ ਜਿੱਦਾਂ ਆਰਚ ਬਣਾਉਣੀ ਆ, ਕੋਈ ਸਪੈਸ਼ਲ ਡਿਜ਼ਾਈਨ ਬਣਾਉਣਾ ਵਾ, ਉਹਦੇ ਵਾਸਤੇ ਵੀ ਆਪਾਂ ਇੱਟਾਂ ਨੂੰ ਮੋਲਡ ਕਰ ਸਕਦੇ ਹਾਂ। ਆ ਦੇਖੋ ਆ ਇੱਟਾਂ ਤੇ ਮੋਸਟਲੀ ਦੇਖੀਆਂ ਹੋਣਗੀਆਂ। ਦੇਖੋ ਹੁਣ ਇੱਟਾਂ ਦੇ ਵਿੱਚ ਲਾਲਗੀ ਨਹੀਂ ਹੈਗੀ, ਮੈਂ ਤੁਹਾਨੂੰ ਤਦ ਫੋਟੋ ਦਿਖਾਈ ਆ। ਇਹਦੇ ਵਿੱਚ ਹੁਣ ਕੋਈ ਜਿਹੜਾ ਕੰਸੀਸਟੈਂਟ ਹੀ ਜਿਹੜੇ ਤੁਹਾਨੂੰ ਦਿਖਾਏ ਕਿੰਨੇ ਪਰਸੈਂਟ ਹੀ, ਜੇ ਉਹਦੇ ਚ ਬਾਅਦ ਘੱਟ ਹੋ ਗਈ ਤੇ ਇਸ ਤਰ੍ਹਾਂ ਦੀ ਇੱਟ ਜਿਹੜੀ ਨਜ਼ਰ ਆਊਗੀ, ਮਤਲਬ ਜਿੱਦਾਂ ਲੂਣ ਜ਼ਿਆਦਾ ਹੋ ਗਿਆ। ਸੋ ਇਟ ਮੀਨਸ ਇੱਟਾਂ ਜਿਹੜੀਆਂ ਮਤਲਬ ਇਹਦੇ ਕਰਕੇ ਉਹਦੀ ਅਪੀਅਰੈਂਸ ਜਿਹੜੀ ਆ ਬਿਲਕੁਲ ਰੈਡਿਸ਼ ਨਹੀਂ ਹੈਗੀ। So quality of good bricks should be table mounted, well burnt in kilns, मतलब अच्छी तरह भट्ठे ते तपाइयां होनी चाहिए, copper color, free from cracks and with sharp ਉਹਦੇ ਐਜ ਹੋਣੇ ਚਾਹੀਦੇ ਆ, ਉਹਦੇ ਜਿਹੜੇ ਕਿਨਾਰੇ ਆ ਉਹ ਸ਼ਾਰਪ ਤਿੱਖੇ ਹੋਣੇ ਚਾਹੀਦੇ ਆ। ਬ੍ਰਿਕ ਸ਼ੁੱਡ ਬੀ ਯੂਨੀਫਾਰਮ ਸਪੇਸ, ਸ਼ੁੱਡ ਬੀ ਸਟੈਂਡਰਡ ਸਾਈਜ਼ ਹੋਣਾ ਚਾਹੀਦਾ। ਇਹ ਨਹੀਂ ਵੀ ਕਿਸੇ ਇੱਟ ਦਾ ਸਾਈਜ਼ ਵੱਡਾ ਹੋ ਜਾਏ, ਕਿਸੇ ਦਾ ਛੋਟਾ ਹੋ ਜਾਏ। ਸੋ ਸਾਰਿਆਂ ਦਾ ਸਟੈਂਡਰਡ ਸਾਈਜ਼ ਹੋਣਾ ਚਾਹੀਦਾ। ਸੋ ਬ੍ਰਿਕ ਸ਼ੁੱਡ ਬੀ ਕਲੀਅਰ ਰਿੰਗਿੰਗ ਸਾਊਂਡ ਵੈਨ ਸਟਕ ਈਚ ਅਦਰ, ਮਤਲਬ ਜਦੋਂ ਦੋ ਇੱਟਾਂ ਨੂੰ ਆਪਾਂ ਆਪਸ ਚ ਮਾਰਾਂਗੇ ਉਹਦੇ ਵਿੱਚ ਰਿੰਗਿੰਗ, ਇੱਕ ਮਤਲਬ ਰਿੰਗਿੰਗ ਜਿਹੜੀ ਆ ਜਿੱਦਾਂ ਬੈਲ ਆ ਉਹਦੀ ਆਵਾਜ਼ ਆਉਣੀ ਚਾਹੀਦੀ ਆ। ਇਟ ਮੀਨਸ ਉਹ ਡੈਂਸ ਮਟੀਰੀਅਲ ਆ, ਉਹਦੇ ਵਿੱਚ ਪੋਰਸ ਨਹੀਂ ਹੈਗੇ। ਨਹੀਂ ਤੇ ਜੇ ਰਿੰਗਿੰਗ ਸਾਊਂਡ ਨਹੀਂ ਆਊਗੀ ਤੇ ਉਹ ਇੱਟ ਵਿੱਚ ਖੋਖਲਾਪਨ ਹੋਊਗਾ, ਬਾਅਦ ਵਿੱਚ ਉਹ ਇੱਟ ਜਿਹੜੀ ਆ ਪਿੱਲੀ ਹੋ ਜਾਊਗੀ। ਉਹ ਇੱਟ ਫਿਰ ਜਿੰਨਾ ਭਾਰ ਝੱਲਣਾ ਵਾ ਉਹਨਾਂ ਨਹੀਂ ਝੱਲੂਗੀ। ਸੋ ਬ੍ਰਿਕ ਫਿਰ ਉਹ ਜਿਹੜੀ ਇੱਟ ਵਾ ਪਾਣੀ ਨੂੰ ਜ਼ਿਆਦਾ ਚੂਸੂਗੀ, ਫਿਰ ਡੈਂਪਨੈਸ ਵੀ ਹੋਊਗੀ। ਫਿਰ ਇਹਦਾ ਮਤਲਬ ਆਪਾਂ ਨੂੰ ਜੇ ਮਟੀਰੀਅਲ ਚੰਗਾ ਨਹੀਂ ਲਾਇਆ ਤੇ ਸਾਡੀ ਜਿਹੜੀ ਬਿਲਡਿੰਗ ਆ ਉਹ ਅੱਛੀ ਕੁਆਲਿਟੀ ਚ ਨਹੀਂ ਤਿਆਰ ਕਰ ਸਕਾਂਗੇ। ਸੋ ਬ੍ਰਿਕ ਸ਼ੁੱਡ ਨਾਟ ਅਬਜ਼ੌਰਬ ਵਾਟਰ ਮੋਰ ਦੈਨ 20% ਬਾਈ ਦਾ ਵੇਟ ਆਫ ਫਸਟ ਕਲਾਸ ਬ੍ਰਿਕ। ਜਿਹੜੀ ਫਸਟ ਕਲਾਸ ਬ੍ਰਿਕ ਆ 20% ਤੋਂ ਵੱਧ ਜਿਹੜੀ ਆ ਪਾਣੀ ਆ ਉਹ ਉਹਨੂੰ ਚੂਸਣਾ ਨਹੀਂ ਚਾਹੀਦਾ। ਮਤਲਬ ਜੇ ਇੱਟ ਨੂੰ ਆਪਾਂ ਮਤਲਬ 100 ਗ੍ਰਾਮ ਦਾ ਸਪੋਜ਼ ਕਰੋ, ਮੈਂ ਐਗਜ਼ਾਮਪਲ ਦੇ ਰਿਹਾ, ਤੇ 100 ਗ੍ਰਾਮ ਨੂੰ ਆਪਾਂ ਪਾਣੀ 'ਚ ਡੋਬ ਦਈਏ ਤੇ 20 ਗ੍ਰਾਮ ਤੋਂ ਵੱਧ ਜਿਹੜਾ ਵਾ ਉਹਦਾ ਭਾਰ ਨਹੀਂ ਵਧਣਾ ਚਾਹੀਦਾ। ਸੋ 22% ਜਿਹੜਾ weight for second class when soaked in cold water for a period of 24 hours, 24 ਘੰਟੇ ਤੋਂ ਬਾਅਦ ਜਦੋਂ ਆਪਾਂ ਚੈੱਕ ਕਰਾਂਗੇ ਇਸ ਤੋਂ ਵੱਧ ਪਾਣੀ ਨੂੰ ਚੂਸਣਾ ਨਹੀਂ ਚਾਹੀਦਾ। Bricks should be low thermal conductivity and they should be soundproof, ਮਤਲਬ ਇੱਟ ਜਿਹੜੀ ਆ ਉਹ ਥਰਮਲ ਕਨੈਕਟੀਵਿਟੀ ਮੀਨਸ ਹੀਟ ਨੂੰ ਜ਼ਿਆਦਾ ਅਬਜ਼ੌਰਬ ਨਾ ਕਰੇ, ਉਹਦੇ ਆਰ ਪਾਰ ਨਾ ਪਾਸ ਕਰੇ, ਤੇ ਸਾਊਂਡ ਪ੍ਰੂਫ ਵੀ ਹੋਣੀ ਚਾਹੀਦੀ ਹੈ। ਸੋ ਬ੍ਰਿਕ ਸ਼ੁੱਡ ਨਾਟ ਬ੍ਰੇਕ। ਸਭ ਤੋਂ ਦੇਖੋ ਜਦੋਂ ਇੱਟਾਂ ਨੂੰ ਚੈੱਕ ਕਰੀਦਾ ਵਾ ਤੇ ਜੇ ਤੁਸੀਂ ਐਜ਼ ਸੁਪਰਵਾਈਜ਼ਰ ਆ ਤੇ ਇੱਟ ਵੇਖਣੀ ਆ ਪ੍ਰੈਕਟੀਕਲੀ ਫੀਲਡ ਵਿੱਚ, ਤੇ ਤੁਸੀਂ ਇੱਟਾਂ ਦਾ ਲੋਟ ਹੋਊਗਾ ਉਹ ਚੋਂ 5-6 ਇੱਟਾਂ ਚੁੱਕੋਗੇ ਰੈਂਡਮਲੀ, ਤੇ ਤੁਸੀਂ ਵੇਖੋਗੇ ਵੀ ਪਹਿਲੀ ਜਿਹੜੀ ਇੱਟ ਆ ਉਹਦਾ ਚਲੋ ਕਲਰ ਜਿਹੜਾ ਵਾ ਉਹ ਰੈਡਿਸ਼ ਕਲਰ ਚ ਹੋਣਾ ਚਾਹੀਦਾ, ਤੇ ਦੋ ਇੱਟਾਂ ਜਦੋਂ ਆਪਸ ਵੱਜਣ ਤੇ ਰਿੰਗਿੰਗ ਸਾਊਂਡ ਹੋਣੀ ਚਾਹੀਦੀ ਆ। ਇੱਟ ਨੂੰ ਜੇ 1 ਮੀਟਰ ਹਾਈਟ ਤੋਂ ਸੁੱਟੀਏ ਤੇ ਇੱਟ ਟੁੱਟਣੀ ਨਹੀਂ ਚਾਹੀਦੀ। ਜੇ ਟੁੱਟ ਜਾਂਦੀ ਆ ਤੇ ਉਹ ਇੱਟ ਵਧੀਆ ਕੁਆਲਿਟੀ ਦੀ ਨਹੀਂ ਹੋਊਗੀ। ਸੋ ਗਰਾਊਂਡ ਫਰਮ ਦਾ ਹਾਈਟ ਆਫ ਅਬਾਊਟ 1 ਮੀਟਰ। ਸੋ ਨੰਬਰ ਬ੍ਰਿਕ ਸ਼ੁੱਡ ਹੈਵ ਕ੍ਰਸ਼ਿੰਗ ਸਟਰੈਂਥ। ਜਿਹੜੀ ਇੱਟ ਆ
मतलब किसी नो ब्रिक शुड बी हैव क्रशिंग स्ट्रेंथ। किसी भी ब्रिक की जी क्रशिंग स्ट्रेंथ जी जिदा मैं तुहानू स्टोन की दसी ही वो 55 kg पर सेंटीमीटर स्केयर तो घट नहीं होनी चाहिए। इस तो बाद ब्रिक्स क्लासीफाइड्स आ अनब्रंट सन ड्राई ब्रिक्स है, ब्रंट ब्रिक्स है। ये सन ड्राई ब्रिक्स नूं आपां कई बारी कच्चा ब्रिक्स कहने ते जिहड़ियां ब्रंट ब्रिक्स आ पक्का ब्रिक्स हो गई। सो फर्स्ट क्लास ब्रिक्स हो गई, सैकंड क्लास, थर्ड क्लास, फोर्थ क्लास, ये मतलब ब्रिक्स की कैटागरी है। आ देखो तुसी इट्टां वेख रहे हैं काले रंग च होईयां, तुसी वेखिया ना ज़्यादा हीट इनू मिल गई है। सो ये ज़्यादा ओवर बंट हो गई। सो इन्हां इट्टां नूं भी स्पैशल नाम दिता जाता। इस इट्टां नूं ओवर बंट ब्रिक्स कहते हैं जां कई बारी जामा ब्रिक्स कहते हैं। ते जे प्रैक्टिकली तुसी गम करोगे तो उत्थे इन्हां इट्टां नूं अब्बल इट्टां कहते हैं। अब्बल इन्हां दी जिहड़ी वरतों आ मोस्टली आपां फाउंडेशन विच यूज करते हैं तां जो जिहड़ा पानी नूं ये अबजॉर्ब घट करदी है। सो इस करके इन्हां दी आपां उत्थे यूज करते हैं। यह देखो आ भी उही इट्टां दी तुहानूं फिगर दिखा रहे हैं। लो जी ग्रेड जी ए क्लास ब्रिक हैगी आ, ये मतलब 140 kg पर सेंटीमीटर स्केयर की स्ट्रेंथ होंगी है। 140 kg भार चुक सकती है 1 सेंटीमीटर स्केयर। ग्रेड बी जो 70 kg ते फर्स्ट क्लास ग्रेड ए जोड़ा वा वो 105 kg। तो थर्ड क्लास जी ग्रेड सी एवरेज जी वो मतलब 35 kg आ। हुण वेखो 55 तो घट लैनी नहीं है। ਇਹਦਾ मतलब थर्ड क्लास ਜਿਹੜੀਆਂ ब्रिक्स आ वो ਆਪਾਂ मतलब जिदा रोड़ी वगैरह तैयार करना वा ਜਾਂ होर किसी लिए यूज ਆਪਾਂ कर सकते हैं। लाइम इस तो बाद अगर लाइम की है चूना। सो प्रोडक्ट ऑफ remain after removal of moisture and carbon dioxide from the limestone by process of calcination is term as मतलब जो कैलकीनेशन करिए आप करते हैं तो फिर जो कैल्शियम कार्बोनेट आ उतो सानू लाइमस्टोन मिलता वा। सो लाइम प्लस सैंड ਉਹਦੇ ਨਾਲ फिर आप ਜਿਹੜਾ मसाला बनावांगे होगा लाइम मोटर। लाइम सैंड प्लस सी ए लाइम कंक्रीट जी कोर्स एग्रीगेट आप पावांगे वो लाइम कंक्रीट हो जाएगी। सो लाइम दे विच फैट लाइम हुंदा वा जिहड़ा प्योर लाइम आ, हाइड्रोलिक लाइम आ विच सैट अंडर द वाटर। पुअर लाइम हुंदा वा जिहड़ा इंप्योर क्वालिटी दे विच हुंदा। इस तो बाद प्रॉपर्टी ऑफ गुड लाइम गुड प्लास्टिसिटी होनी चाहिए है। मतलब प्लास्टिसिटी प्लास्टिक जिदा इलास्टिसिटी एक प्लास्टिसिटी होंगी है। सो प्लास्टिसिटी अच्छी होनी चाहिए है। ईजीली वर्केबल उत्ते काम करना सौखा हो। स्टिफनेस क्विकली एकदम स्टिफ हो जाए। सो इस गल नूं मैं मतलब तुहानूं थोड़ा जिहा दसांगा कि पिंडां दे विच कई वारी तुसीं ये कहावत सुनी होगी जदों कई वारी किसी नूं कह दिंदे भी ਉਹ यार तू बड़ा मावां दे आटे वांगू आकड़ गया। सो मावां दा आटा कई जगह ते तुसीं जिहड़ियां पुरानियां बिल्डिंग्स वेखोगे उत्थे मतलब जिहड़ा बाइंडिंग मटीरियल आ वो मूंग दी दाल मावां दे आटे दा मतलब जिहड़ा पेस्ट आ क्योंकि ਉਹਦੇ ਵਿੱਚ ਜਦੋਂ बिल्कुल स्टिफ हो जाता। सो ये जिहड़ा लाइम आ अच्छी जल्दी जल्दी स्टिफ हो जाए। सो गुड मॉइस्चर रजिस्टेंस मतलब मॉइस्चर नूं रजिस्ट करे लो श्रिंकेज हो जाए मतलब श्रिंक घट हो। सो इस करके ये मतलब मॉइस्चर रजिस्टेंस हुंदा वा। इस करके फाउंडेशन दे विच मोस्टली जिहड़ा लाइम जिहड़ा वा मोर्टर आ वो यूज किया जाता। सीमेंट तो इस तो बाद आ गया सीमेंट। वो सीमेंट जिहड़ा आपां मतलब सीमेंट है की चीज़ आ देखो विच एक्ट एज बाइंडिंग एजेंट आ और मटीरियल नैचुरल सीमेंट जिदा Roman cement is obtained by burning and crushing the stone containing clay, carbonates of the lime and some amount of carbonate magnesia। मतलब जदों सब तो पहला जो सीमेंट बनया उस समय की डेफिनेशन दी है। परंतु अज जे सीमेंट नूं डिफाइन करिए भी सीमेंट की चीज़ है। सीमेंट मिक्सिंग ऑफ कैलकुलेरियस एंड आर्जिलियस मटीरियल। हुण सीमेंट इज obtained by burning by very high temperature। मतलब सीमेंट नूं बनाउण वास्ते जिहड़ा मटीरियल आपां क्रश करदे आ जिहड़ा अपना कैलकुलेरियस जां आर्जिलियस मटीरियल आ उहनूं हाई टैंपरेचर ते मोर दैन 1450 सेंटीग्रेड 1500 डिग्री सेंटीग्रेड जां
1600 डिग्री ਸੈਲਸੀਅਸ ਤੱਕ ਆਪਾਂ ਉਹਨੂੰ ਗਰਮ ਕਰਦੇ ਆ ਤੇ ਗਰਮ ਕਰਨ ਤੋਂ ਬਾਅਦ ਉਹਦੇ ਕਲਿੰਕਰਸ ਬਣ ਜਾਂਦੇ ਆ। ਸੋ ਕਲਿੰਕਰਸ ਜਿਹੜੇ ਆ ਜਦੋਂ ਬਣਦੇ ਆ ਤੇ ਉਹਨੂੰ ਕੂਲ ਠੰਡਾ ਹੋਣ ਤੋਂ ਬਾਅਦ ਉਹਦੇ ਵਿੱਚ ਉਹਨੂੰ ਫੇਰ ਆਪਾਂ ਗ੍ਰਾਈਂਡ ਕਰਦੇ ਆ ਤੇ ਫਿਰ ਸੀਮੈਂਟ ਤਿਆਰ ਹੁੰਦਾ। ਸੋ ਸੀਮੈਂਟ obtained by burning very high temperature, a mixing of calcareous and argillaceous material in correct proportion। ਲਓ ਜੀ, ਜਿੱਦਾਂ ਹੁਣ ਮਤਲਬ ਤੁਸੀਂ ਚਾਹ ਬਣਾਉਂਦੇ ਆ, ਚਾਹ ਵਿੱਚ ਦੁੱਧ ਕਿੰਨਾ ਪਾਉਣਾ, ਚਾਹ ਵਿੱਚ ਖੰਡ ਕਿੰਨੀ ਪਾਉਣੀ ਆ, ਚਾਹ ਵਿੱਚ ਪੱਤੀ ਕਿੰਨੀ ਪਾਉਣੀ ਆ। ਜੇ ਹੁਣ ਕਹੇ ਵੀ ਅੱਧਾ ਗਲਾਸ ਦੁੱਧ ਪਾਉਣਾ ਤੇ ਕਹੀਏ ਵੀ ਅੱਧਾ ਗਲਾਸ ਹੀ ਖੰਡ ਪਾਉਣੀ ਆ, ਅਸੀਂ ਇੱਕੋ ਜਿਹਾ ਹੀ ਪਾਉਣਾ ਸਾਰਾ ਕੁਛ, ਇਟ ਮੀਨਸ ਚਾਹ ਨਹੀਂ ਬਣੂਗੀ। ਮਤਲਬ ਮੈਂ ਕਾਫੀ 5-10 ਸਾਲ ਦੀ ਗੱਲ ਕਰਦਾ ਵਾਂ ਤੇ ਕਿਤੇ ਚਾਹ ਪੀਣ ਲੱਗੇ ਆਪਾਂ ਅੰਮ੍ਰਿਤਸਰ, ਮੈਂ ਉਦੋਂ ਡਿਊਟੀ ਕਰਦਾ ਹੁੰਦਾ ਸੀਗਾ ਤੇ ਨਾਲ ਦੇ ਸਾਥੀ ਬੜੇ ਮਜ਼ਾਕੀਆ ਜਿਹਾ, ਉਹ ਜਾ ਕੇ ਕਹਿੰਦੇ ਚਾਹ ਬਣਾਇਓ ਤੇ ਮਿੱਠਾ ਪੱਤੀ ਘੱਟ ਪਾਇਓ। ਉਹ ਕਹਿੰਦਾ ਜੀ ਚਾਹ ਨਹੀਂ ਬਣਨੀ। ਉਹ ਕਹਿੰਦੇ ਕੀ ਗੱਲ? ਕਹਿੰਦੇ ਵੇਖੋ ਖੰਡ ਪੱਤੀ ਤੁਸੀਂ ਕਹਿੰਦੇ ਨਾ ਪਾਓ, ਦੁੱਧ ਮੈਂ ਨਹੀਂ ਪਾਉਣਾ ਤੇ ਚਾਹ ਕਿੱਦਾਂ ਬਣ ਜੂਗੀ। ਸੋ ਕੰਪੋਜੀਸ਼ਨ ਦਾ ਮਤਲਬ ਕੀ ਆ ਕਿ ਜਿਹੜੀ ਉਹਦੀ ਪ੍ਰਪੋਜੀਸ਼ਨ, ਜਿਹੜੀ ਉਹਦੀ ਪ੍ਰਪੋਰਸ਼ਨ ਆ, ਖਾਸ ਅਨੁਪਾਤ ਹੁੰਦਾ ਕਿ ਕਿਹੜੀ ਚੀਜ਼ ਕਿੰਨੀ ਪਾਉਣੀ ਆ। ਸੋ ਉਹਦੇ ਬਾਰੇ ਮੈਂ ਗੱਲ ਕਰਦਾ। ਆ ਦੇਖੋ ਇਹਦੇ ਵਿੱਚ ਲਾਈਮ ਜਿਹੜਾ ਵਾ ਚੂਨਾ, ਮੇਨ ਜਿਹੜਾ ਕੰਸਟੀਟੈਂਟ ਆ ਚੂਨਾ ਹੁੰਦਾ ਵਾ, ਇਹ 60 ਤੋਂ 67% ਕੀ ਕਰਦਾ ਵਾ, ਸਟਰੈਂਥ ਪ੍ਰੋਵਾਈਡ ਕਰਦਾ ਹੈ। ਸਿਲਿਕਾ 17 ਤੋਂ 25 ਇਹ ਪ੍ਰੋਵਾਈਡ ਸਟਰੈਂਥ ਕਰਦਾ ਵਾ। ਅਲਮੀਨਾ ਕਦ ਲਈ ਪਾਉਂਦੇ ਆ, 3 ਤੋਂ 8%। ਕੁਇਕ ਸੈਟਿੰਗ ਕਰਦਾ, ਜਲਦੀ ਸੈਟਿੰਗ, ਜਿੱਦਾਂ ਮਤਲਬ ਡੈਮ ਦੇ ਵਿੱਚ ਜੇ ਸੀਮੈਂਟ ਲਾਉਣਾ ਵਾ ਜਲਦੀ ਸੈਟ ਹੋ ਜੇ, ਉੱਥੇ ਫਿਰ ਅਲਮੀਨਾ ਜਿਹੜਾ ਵਾ ਜਿਹਦੇ ਚ ਜ਼ਿਆਦਾ ਹੋਊਗਾ ਉਹ ਯੂਜ਼ ਕਰਾਂਗੇ। ਆਇਰਨ ਆਕਸਾਈਡ ਇਹ ਸੀਮੈਂਟ ਨੂੰ ਕਲਰ, ਹਾਰਡਨੈਸ ਤੇ ਸਟਰੈਂਥ ਦਿੰਦਾ। ਮੈਗਨੀਸ਼ੀਅਮ ਆਕਸਾਈਡ ਜਿਹੜਾ ਵਾ ਇਹ ਹਾਰਡਨੈਸ ਤੇ ਕਲਰ ਦਿੰਦਾ ਵਾ। ਤੇ ਇਸ ਤੋਂ ਬਾਅਦ ਅਲਕਲੀਸ ਜਿਹੜੇ ਆ ਉਹ ਮਤਲਬ ਬਹੁਤ ਘੱਟ ਰੇਸ਼ੋ ਚ ਹੁੰਦੇ ਨੇ, 0.3 ਤੋਂ ਲੈ ਕੇ 1.2% ਹੁੰਦੇ ਨੇ। ਸੋ ਇਹ ਸਲਫੇਟ ਰੈਜ਼ਿਸਟੈਂਟ, ਮਤਲਬ ਜਿਹੜਾ ਸਲਫੇਟ ਆ ਉਹਨੂੰ ਰਜਿਸਟ ਕਰਦਾ ਵਾ। ਪਰ ਜੇ ਅਲਕਲੀ ਜ਼ਿਆਦਾ ਪਾ ਦਈਏ ਨਾ ਫਿਰ ਸੀਮੈਂਟ ਵਿੱਚ ਐਲਫਲੋਰੈਂਸ ਆਉਣੀ ਸ਼ੁਰੂ ਹੋ ਜੂਗੀ, ਜਿੱਦਾਂ ਮਤਲਬ ਕਲਰ ਸੀਮੈਂਟ ਝੜਨਾ ਸ਼ੁਰੂ ਹੋ ਜਾਊਗਾ। ਸੋ ਸਲਫੇਟਸ ਇਹ ਸੀਮੈਂਟ ਦੀ ਜਿਹੜੀ ਆ 1 ਤੋਂ 3% ਪਾਉਂਦੇ ਆ। ਇਹਦਾ ਕੀ ਕੰਮ ਆ ਵੀ ਇਹ ਇਨਕਰੀਜ਼ ਕਰਦਾ ਵਾ ਕੀ ਭਲਾ, ਸੈਟਿੰਗ ਟਾਈਮ ਸੀਮੈਂਟ ਦਾ। ਲਓ ਜੀ, ਆ ਵੱਖ-ਵੱਖ ਟਾਈਪ ਦਾ ਸੀਮੈਂਟ ਤੁਸੀਂ ਵੇਖ ਰਹੇ ਆ, ਵੱਖ-ਵੱਖ ਕਲਰ ਦਾ ਤੁਸੀਂ ਵੇਖਦੇ ਹੋਗੇ, ਵਾਈਟ। ਸੋ ਸੀਮੈਂਟ ਦਾ ਕੋਈ ਕਲਰ ਨਹੀਂ ਹੁੰਦਾ, ਮਤਲਬ ਜਿਹੜੀ ਚਟਾਨ ਤੋਂ ਆਪਾਂ ਕੱਢਾਂਗੇ ਨਾ, ਜਿਹੜਾ ਮਤਲਬ ਚਟਾਨ ਆ, ਜਿਹੜਾ ਪੱਥਰ ਆ, ਜਿਹੜਾ ਉਹਦਾ ਕਲਰ ਹੋਊਗਾ, ਸੋ ਉਹ ਜਿਹੜਾ ਕਲਰ ਆ ਨਾ ਉਹ ਮਤਲਬ ਸੀਮੈਂਟ ਦਾ ਕਲਰ ਹੁੰਦਾ ਜੀ। ਠੀਕ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸੀਮੈਂਟ ਆ ਇਹ ਆਪਣੇ ਸੰਸਾਰ ਦੇ ਵਿੱਚ ਇੱਕ ਨਵੀਂ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਸੋ ਮਤਲਬ 1852 ਦੇ ਵਿੱਚ ਜਰਮਨੀ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਸੀਮੈਂਟ ਜਿਹੜਾ ਉਹ ਮਤਲਬ ਯੂਜ਼ ਕੀਤਾ ਗਿਆ, ਸੀਮੈਂਟ ਦੀ ਮੈਨੂਫੈਕਚਰਿੰਗ ਕੀਤੀ ਗਈ। ਤੇ ਇੰਡੀਆ ਦੇ ਵਿੱਚ 1904 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਿਹੜਾ ਪਹਿਲਾ ਸੀਮੈਂਟ ਦਾ ਮੈਨੂਫੈਕਚਰਿੰਗ ਪਲਾਂਟ ਲੱਗਾ। ਸੋ ਇਸ ਤੋਂ ਬਾਅਦ ਸੀਮੈਂਟ ਦੇ ਬੜੀਆਂ ਕੰਪਨੀਆਂ ਆ ਗਈਆਂ, ਬੜੇ ਪਲਾਂਟ ਆ ਗਏ, ACC ਸੀਮੈਂਟ ਆ ਗਿਆ, JK ਸੀਮੈਂਟ ਆ ਗਿਆ, JP ਸੀਮੈਂਟ ਆ ਗਿਆ, ਅੰਬੂਜਾ ਸੀਮੈਂਟ ਆ ਗਿਆ, ਬਿਰਲਾ ਗਰੁੱਪ ਸੀਮੈਂਟ ਆ। ਸੋ ਇਸ ਤਰ੍ਹਾਂ ਤੁਸੀਂ ਹੋਰ ਵੀ ਮਾਰਕੀਟ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੀਮੈਂਟ ਆ ਉਹ ਯੂਜ਼ ਕਰਦੇ ਆ। ਇਸ ਤੋਂ ਬਾਅਦ ਆ ਬੋਗਨੇ ਕੰਪਾਊਂਡ, ਜਿਹੜਾ ਬੋਗਨੇ ਕੰਪਾਊਂਡ ਆ ਇਹਦਾ ਜਿਹੜਾ ਮਤਲਬ ਕੀ ਹੈਗਾ ਵਾ, ਮਤਲਬ ਬੋਗਨੇ ਕੰਪਾਊਂਡ ਦਾ ਮਤਲਬ ਕੀ ਹੈਗਾ ਵੀ ਇਹ ਮੇਜਰ ਕੰਪਾਊਂਡ ਹੈਗੇ, ਮਤਲਬ ਸੀਮੈਂਟ ਦੇ ਮੇਜਰ। ਟਰਾਈ ਕੈਲਸ਼ੀਅਮ ਸਿਲੀਕੇਟ ਆ, ਜਿੱਦਾਂ ਤੋਂ ਡਾਈ ਕੈਲਸ਼ੀਅਮ ਸਿਲੀਕੇਟ ਆ, ਟਰਾਈ ਕੈਲਸ਼ੀਅਮ ਅਲੂਮੀਨੇਟ ਆ, ਟੈਟਰਾ ਕੈਲਸ਼ੀਅਮ ਅਲੂਮੀਨੇਟ ਆ। ਸੋ ਜਿਵੇਂ ਟਰਾਈ ਕੈਲਸ਼ੀਅਮ ਜਿਹੜਾ ਸਿਲੀਕੇਟ ਆ ਨਾ C3S, ਇਹ ਕੀ ਕਰਦਾ ਵਾ, ਇਹ ਮਤਲਬ ਸੀਮੈਂਟ ਨੂੰ ਬਹੁਤ ਜਲਦੀ ਹਾਈਡਰੇਟ ਕਰਦਾ ਵਾ, ਇਹ ਸੀਮੈਂਟ ਨੂੰ ਜਲਦੀ ਸਟਰੈਂਥ ਜਿਹੜਾ ਦਿੰਦਾ ਵਾ। ਸੋ ਇਹਨੂੰ ਆਪਾਂ ਮਤਲਬ 30 ਤੋਂ 50% ਪਾਉਂਦੇ ਆ ਸੀਮੈਂਟ ਦੇ ਵਿੱਚ। ਇਹ ਮੇਨ ਕੰਪਾਊਂਡ ਹੈਗੇ ਨੇ ਸੀਮੈਂਟ ਦੇ। ਸੋ ਇਹਨਾਂ ਦਾ ਹਰ ਇੱਕ ਦਾ ਆਪੋ ਆਪਣਾ ਮਤਲਬ ਫੈਕਟਰ ਆ, ਕਾਹਦੇ ਵਾਸਤੇ ਪਾਉਂਦੇ ਆ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਸਾਡੇ ਕੋਲ ਜਿੱਦਾਂ ਤੁਸੀਂ ਹੁਣ ਕਹਿੰਦੇ ਨਾ ਅੰਬੂਜਾ 골ਡ ਆ ਗਿਆ ਜੀ, ACC 골ਡ ਆ ਗਿਆ ਜੀ, ਉਹਦੇ ਤੇ ਲਿਖਿਆ ACC ਸਿਲੀਕੇਟ ਆ ਗਿਆ। ਜਿੱਦਾਂ ਹੁਣ ਸਿਲੀਕੇਟ ਕੀ ਚੀਜ਼ ਹੈਗਾ, ਸਿਲੀਕੇਟ ਇੱਕ ਸਿਲੀਕॉन ਮਤਲਬ ਮੈਟਲ ਆ, ਸਿਲਿਕਾ ਫਿਊਮ ਉੱਚ ਪਾਇਆ ਜਾਂਦਾ। ਉਹ ਇੰਨਾ ਜ਼ਿਆਦਾ ਬਰੀਕ ਹੁੰਦਾ, ਇੰਨਾ ਜ਼ਿਆਦਾ ਫਾਈਨ ਹੁੰਦਾ ਕਿ ਜੇ 100 ਗ੍ਰਾਮ ਦੀ ਢੇਰੀ ਆਪਾਂ ਆਪਣੇ ਟੇਬਲ ਤੇ ਲਾਈਏ ਜਾਂ ਕਿਤੇ ਰੱਖੀਏ ਉਹਦੀ ਢੇਰੀ ਨਹੀਂ ਲੱਗਦੀ, ਮਤਲਬ ਇੰਨਾ ਜ਼ਿਆਦਾ ਉਹ ਮਤਲਬ
फाइन हुंदा। एक चीज़ का ध्यान रखो भी सीमेंट जिन्ना फाइन होगा ना, जिन्ना ज़्यादा बरीक होगा, उन्ना सीमेंट की स्ट्रेंथ ज़्यादा होगी। ठीक है जी। सो ਆਪਾਂ ਗੱਲ ਕਰਦੇ ਹਾਂ ਅੱਗੇ ਕਿ ਸੀਮੈਂਟ ਦੀ ਸਟਰੈਂਥ ਕਿਦਾਂ, ਕਿਹੜੇ ਸੀਮੈਂਟ ਦੀ ਜ਼ਿਆਦਾ ਹੁੰਦੀ ਆ, ਕਿੱਥੇ ਕਿਹੜਾ ਯੂਜ਼ ਕਰਦਾ ਵਾ। ਸੋ ਅਗਲੀ ਸਲਾਈਡ 'ਚ ਵੇਖਦੇ ਹਾਂ ਆਪਾਂ ਫੰਕਸ਼ਨ ਆਫ ਇਨਗਰੀਡੀਐਂਟਸ। ਲਾਈਮ ਆਪਾਂ ਕੱਲ ਵੀ ਯੂਜ਼ ਕਰਦੇ ਹਾਂ। ਤੁਸੀਂ ਲਾਈਮ ਇਜ਼ ਇੰਪੋਰਟੈਂਟ ਇਨਗਰੀਡੀਐਂਟ ਆਫ ਸੀਮੈਂਟ ਆ। ਇਹਦੀ ਮਤਲਬ ਮੇਨ ਜਿਹੜੀ ਪ੍ਰਪੋਜੀਸ਼ਨ ਆ, ਮਤਲਬ ਜਿਹੜੀ ਮੇਨ ਕੰਸਟੀਚੈਂਟ ਆ ਉਹ ਲਾਈਮ ਆ। ਸੋ ਲਾਈਮ ਇਜ਼ ਡੈਫੀਸ਼ੀਐਂਸੀ ਦੇ ਨਾਲ ਇਹਦੀ ਸਟਰੈਂਥ ਘਟ ਜਾਂਦੀ ਆ ਤੇ ਸੀਮੈਂਟ ਡਿਕਰੀਜ਼ ਐਂਡ ਇਟ ਕਾਜ਼ਸ ਸੀਮੈਂਟ ਟੂ ਸੈਟ ਕੁਇਕਲੀ, ਤੇ ਸੀਮੈਂਟ ਜਲਦੀ ਸੈਟ ਹੋਊਗਾ। ਇਸ ਤੋਂ ਬਾਅਦ ਸਿਲਿਕਾ। ਸੋ ਸਿਲਿਕਾ ਆਲਸੋ ਇੰਪੋਰਟੈਂਟ ਇਨਗਰੀਡੀਐਂਟ ਆਫ ਸੀਮੈਂਟ ਆ। ਇਹ ਕੀ ਦਿੰਦਾ ਸੀਮੈਂਟ ਨੂੰ? ਸੀਮੈਂਟ ਨੂੰ ਕੁਇਕਲੀ ਸੈਟਿੰਗ ਦਿੰਦਾ ਵਾ ਤੇ ਸੀਮੈਂਟ ਨੂੰ ਸਟਰੈਂਥ ਦਿੰਦਾ ਵਾ ਸਿਲਿਕਾ। ਸੋ ਜੇ ਸਿਲਿਕਾ ਜ਼ਿਆਦਾ ਪਾਤਾ ਤੇ ਫਿਰ ਜ਼ਿਆਦਾ ਪਾਉਣ ਨਾਲ ਸੀਮੈਂਟ ਜਿਹੜਾ ਵਾ ਹੌਲੀ ਹੌਲੀ ਸੈੱਟ ਹੋਊਗਾ, ਉਹਦੀ ਸੈਟਿੰਗ ਸਲੋਲੀ ਹੋ ਜੂਗੀ। ਇਸ ਤੋਂ ਬਾਅਦ ਅਲਮੀਨਾ। ਤੋਂ ਅਲਮੀਨਾ ਜਿਹੜਾ ਵਾ ਇਨਗਰੀਡੀਐਂਟ ਇੰਪਾਰਟ ਕੁਇਕ ਸੈਟਿੰਗ। ਸੀਮੈਂਟ ਦੀ ਜੇ ਆਪਾਂ ਕੁਇਕ ਸੈਟਿੰਗ ਕਰਨੀ ਆ, ਉਹ ਮਤਲਬ ਜਲਦੀ ਸੀਮੈਂਟ ਸੈੱਟ ਹੋ ਜੇ ਤੇ ਆਪਾਂ ਉੱਥੇ ਅਲਮੀਨਾ ਪਾਉਂਦੇ ਆ। ਸੋ ਪਰ ਜੇ ਜ਼ਿਆਦਾ ਪਾ ਦਾਂਗੇ, ਜਿਹੜਾ ਜਿੰਨਾ ਉਹਦੀ ਰੇਸ਼ੋ ਦੱਸੀ ਆ, ਤੇ ਫਿਰ ਕੀ ਹੋਊਗਾ ਵੀ ਉਹਦੀ ਸਟਰੈਂਥ ਜਿਹੜੀ ਆ ਉਹ ਘਟ ਜੂਗੀ। ਸੋ ਕੈਲਸ਼ੀਅਮ ਸਲਫੇਟ ਦਿਸ ਇਨਗਰੀਡੀਐਂਟ ਇਨ ਦਾ ਫਾਰਮ ਆਫ ਜਿਪਸਮ, ਜਿਹੜਾ ਆਪਾਂ ਜਿਪਸਮ ਸੁਣਿਆ ਹੋਊਗਾ, तो इस जिप्सम की फॉर्म के पाने ये की करता वा सीमेंट का इनिशियल सैटिंग टाइम। जो सीमेंट आ वो मतलब अद्धे घंटे इनिशियल सैटिंग टाइम होंगी है, 10 घंटे तक वो फाइनल सैटिंग टाइम होंगी है। मतलब जो सीमेंट आप यूज करिए जे भुरभुरा हो जाए, जो प्लास्टिक स्टेज में चेंज कर ले, तो दैट इज इट्स इनिशियल सैटिंग टाइम। सो जो जिप्सम आ वो इनिशियल सैटिंग टाइम को बढ़ाता वा जो जिप्सम है। सो मैग्नीशिया। तो मैग्नीशिया द स्मॉल अमाउंट ऑफ दिस इनग्रीडिएंट इंपार्ट हार्डनेस ऑफ कलर। मतलब जो सीमेंट की हार्डनेस के कलर मतलब देंगे है ये जो मैग्नीशिया। पर जे मैग्नीशिया ज़्यादा पा दिए, जिन्ना वो प्रपोर्शन दी है, जिन्ना वो रेशो दी है, तो वह की करूँगा सीमेंट को अनसाउंड कर दूगा। जिदा कई बार तुम वेख्या ना, जो कि प्लस्तर किया होंगे वा या कोई सीमेंट जिथे ज़्यादा जिन्ना सीमेंट में ज़्यादा यूज किया होगा मैग्नीशियम, तो उत्थे फिर की होगा भी क्रैकिंग आ जूगी मोर्टर दे विच। सीमेंट कंक्रीट जो मिक्स आ उहदे विच भी क्रैक्स शो होंदे ने। सो इस करके जो मैग्नीशिया वो जे आपां जिन्नी रेशो दी है उहदे विच पावांगे तो फिर वो बेस्ट देगा। सल्फर। तो वेरी स्मॉल अमाउंट ऑफ सल्फर इज यूजफुल मेकिंग साउंड। मतलब सीमेंट नूं साउंड बनाउंदा वा, बहुत घट रेशो च हुंदा। अल्कलीस मैं तुहानूं दसदा सी, अल्कलीस जिहड़ियां मोस्ट अल्कलीस प्रेजेंट रॉ मटीरियल, परंतु बहुत घट रेशो च होंदे आ। जे ज़्यादा पाउने आ ते फिर वो सीमेंट की जिहड़ी आ क्वालिटी आ उहदे विच एफोरेंस वगैरह आ जांदी आ। सीमेंट कलर वगैरह जिद्दां कलर कहंदे ना कलर लगा वेखो प्लास्टर नूं, सो इस तरह मतलब वो अल्कली दे कारण हुंदा वा। अजकल वेखो जिहड़ा पानी आ, जदों आपां सीमेंट चंगा ले लिया पर जे पानी चंगा यूज नहीं किया, पानी किहड़ा यूज करना वा जिहड़ा पानी पीण योग आ, तां ही सीमेंट दा ते पानी दा रिएक्शन वधिया होना वा। जे सीमेंट का पानी का रिएक्शन नहीं वधिया होया ते असीं इत्थे की करदे आ, कई बारी मैं पिंडां 'च वेखिया कि वो मतलब नालियां दा पानी रोकिया हुंदा, ओही कंक्रीट जां सीमेंट प्लास्टर जिहड़ा यूज करना वा वो च यूज करी जांदे आ। बाद विच फिर वेखिया वो कंधां दे उपर चिट्टा चिट्टा जम्मिया हुंदा, फिर सीमेंट झड़दा वा। सो इस करके जिहड़ा इंप्योरिटीज आ वो जिहड़ी अल्कलीस जिहड़ी आ उहदे च रल जांदी आ, सो स्ट्रेंथ नूं फिर सीधा डाउन करदा वा। लो जी मैन्युफैक्चरिंग ऑफ सीमेंट आ, सीमेंट नूं किद्दां मैन्युफैक्चर किया जाता, उहदा फ्लो चार्ट आ। जिद्दां कैलकुलेस मटीरियल आ, आर्जिलिस मटीरियल आ, इन्हां नूं सब तो पहलों क्रशिंग किया जाता। क्रशिंग तो बाद आपां उहनूं फिर मिक्स करदे आ। मिक्सिंग तो बाद फिर उहनूं मतलब मिक्स करन तो बाद रोटेटरी किलन हुंदी आ। रोटेटरी किलन हुंदी आ घुम्मण वाली एक भट्ठी हुंदी आ, घुमदी आ। वो फिर इन्ना ज़्यादा उह च हीट हुंदी आ भी 1600 डिग्री सैल्सियस तक टैंपरेचर हो जाता। तो वो जो कैलकुलेस मटीरियल आर्जिलिस मटीरियल पाया वा, जिन्ना भी कुछ सीमेंट के कंस्टीचेंट ने वो मतलब पूरे पिघल जाते हैं, तो मतलब उन्होंने क्लिंकर्स बन जाते हैं। क्लिंकर्स मतलब जिदा आप कह सकते हैं भी फुट्टियां टाइप, जिदा आप कई बार जो हलवाई आ वो बूंदी कढ़दा ना, सो इदा छोटे छोटे क्लिंकर्स जो फिर कूल ठंडा कर लिया जाता,
ठंडा करन तो बाद ਉਹਨੂੰ ਫਿਰ ਗ੍ਰਾਈਂਡ ਕੀਤਾ ਜਾਂਦਾ, ਉਹਦੇ ਵਿੱਚ ਫਿਰ ਉਹਦੀ ਸੈਟਿੰਗ ਟਾਈਮ ਵਧਾਉਣ ਵਾਸਤੇ ਆਪਾਂ ਜਿਪਸਮ ਪਾਉਂਦੇ ਆ, ਜਿਪਸਮ ਪਾਉਣ ਤੋਂ ਬਾਅਦ ਫਿਰ ਆਪਾਂ ਉਹਨੂੰ ਮਿਕਸ ਕਰਕੇ ਫਿਰ ਆਪਾਂ ਉਹਨੂੰ ਬੈਗ ਦੇ ਵਿੱਚ ਮਤਲਬ ਪਾਉਣੇ ਆ। ਸੋ ਇਸ ਤਰ੍ਹਾਂ ਸੀਮੈਂਟ ਜਿਹੜਾ ਵਾ ਇਹ ਸਾਰੇ ਪ੍ਰੋਸੈਸ ਤੋਂ ਨਿਕਲ ਕੇ ਫਿਰ ਮਤਲਬ ਬੈਗ ਦੇ ਵਿੱਚ ਆਉਂਦਾ। ਇਹ ਦੇਖੋ ਇੱਕ ਫੈਕਟਰੀ ਦਾ ਫਲੋ ਚਾਰਟ ਤੁਸੀਂ ਦੇਖ ਰਹੇ ਹੋ। ਇਹ ਦੇਖੋ ਇੱਕ ਸੀਮੈਂਟ ਫੈਕਟਰੀ ਹੈ, ਜਿੱਦਾਂ ਸਾਡੇ ਨੇੜੇ ਹਿਮਾਚਲ 'ਚ ਬਿਲਾਸਪੁਰ ਫੈਕਟਰੀ ਆ। ਸੋ ਸੀਮੈਂਟ ਫੈਕਟਰੀ ਜਿੱਥੇ ਸੀਮੈਂਟ ਤਿਆਰ ਹੋ ਰਿਹਾ। ਇਸ ਤੋਂ ਬਾਅਦ ਟਾਈਪਸ ਆਫ ਸੀਮੈਂਟਸ ਆ ਗਏ, ਮਤਲਬ ਸੀਮੈਂਟ ਦੀ ਟਾਈਪ ਕਿੱਦਾਂ, ਕਿੰਨੇ ਤਰ੍ਹਾਂ ਦੇ ਸੀਮੈਂਟ ਹੈਗੇ ਆ। ਟਾਈਪਸ ਆਫ ਸੀਮੈਂਟਸ, ਸਭ ਤੋਂ ਪਹਿਲਾਂ ਆ ਗਿਆ ਆਰਡੀਨਰੀ ਪੋਰਟਲੈਂਡ ਸੀਮੈਂਟ, ਜਿਹਨੂੰ ਕਹਿੰਦੇ OPC। ਹੁਣ ਆਰਡੀਨਰੀ ਪੋਰਟਲੈਂਡ ਸੀਮੈਂਟ ਦਾ ਮਤਲਬ ਕੀ ਆ? ਪੋਰਟਲੈਂਡ, ਪੋਰਟਲੈਂਡ ਇੱਕ ਇੰਗਲੈਂਡ ਦਾ ਸ਼ਹਿਰ ਆ ਤੇ ਉੱਥੋਂ ਦਾ ਇੱਕ ਜਗ੍ਹਾ ਵਾ, ਤੇ ਜਿਹੜੀ ਮਿੱਟੀ ਆ ਉਸ ਮਿੱਟੀ 'ਚ ਗੁਣ ਇਹ ਹੈਗੇ ਸੀ ਕਿ ਉਹ ਆਪ ਵੀ ਜੁੜਦੀ ਤੇ ਜੇ ਕੋਈ ਚੀਜ਼ ਹੋਵੇ ਤੇ ਉਹਨੂੰ ਵੀ ਨਾਲ ਬਾਈਂਡ ਅਪ ਕਰ ਲੈਂਦੀ। ਸੋ ਇਸ ਕਰਕੇ ਸੀਮੈਂਟ ਕੀ ਚੀਜ਼ ਆ, ਉਹ ਆਪ ਵੀ ਜੁੜ ਜਾਂਦਾ ਤੇ ਜੇ ਕੋਈ ਮਟੀਰੀਅਲ ਆ ਉਹਨੂੰ ਵੀ ਨਾਲ ਉਹ ਬਾਈਂਡ ਅਪ ਕਰ ਲੈਂਦਾ। ਸੋ ਇਸ ਕਰਕੇ ਉਹਦੇ ਵਿੱਚ ਜਿਹੜੀ ਉਹ ਪੋਰਟਲੈਂਡ ਸ਼ਹਿਰ ਆ ਉਹਦੇ ਨਾਲ ਦੀਆਂ ਕੁਆਲਿਟੀਜ਼ ਹੈਗੀਆਂ। ਸੋ ਇਸ ਕਰਕੇ ਆਪਾਂ ਨੂੰ OPC ਕਹਿੰਦੇ ਆ, ਆਰਡੀਨਰੀ ਪੋਰਟਲੈਂਡ ਸੀਮੈਂਟ। ਇਹ ਗ੍ਰੇਡ ਵਿੱਚ ਹੁੰਦਾ, 33 ਗ੍ਰੇਡ, 43 ਗ੍ਰੇਡ, 53 ਗ੍ਰੇਡ। ਜਦੋਂ ਤੁਸੀਂ ਪੜ੍ਹਿਆ ਹੋਊਗਾ ਵੀ ACC 43 ਗ੍ਰੇਡ, ਜਦੋਂ ਤੁਸੀਂ ਪੜ੍ਹਿਆ ਸੁਣਿਆ ਵੇਖਿਆ ਹੋਊਗਾ ਅੰਬੂਜਾ 53 ਗ੍ਰੇਡ। ਇਹ 53 ਗ੍ਰੇਡ ਦਾ ਮਤਲਬ ਕੀ ਹੁੰਦਾ ਕਿ ਮਤਲਬ ਇਹ 53 ਨਿਊਟਨ ਪਰ MM ਸਕੁਅਰ ਸਟਰੈਂਥ ਹੁੰਦੀ ਹੈ ਜੀ। ਤੇ ਇਸ ਤੋਂ ਬਾਅਦ ਰੈਪਡ ਹਾਰਡਿੰਗ ਸੀਮੈਂਟ ਆ, ਜਿਹੜਾ ਰੈਪਡ ਹਾਰਡਿੰਗ ਸੀਮੈਂਟ ਆ। ਹੁਣ ਦੇਖੋ ਇੱਕ ਚੀਜ਼ ਮੈਂ ਦੱਸਣੀ ਚਾਹਾਂਗਾ, ਸੀਮੈਂਟ ਦੀ ਜਿਹੜੀ ਆਪਾਂ ਕੁਆਲਿਟੀ ਚੈੱਕ ਕਰਦੇ ਆ, ਸੋ ਸੀਮੈਂਟ ਕਿੰਨਾ ਫਾਈਨ ਆ, ਕਿੰਨਾ ਬਰੀਕ ਆ। ਸੋ ਸਾਡੀ ਇੱਕ ਛਾਨਣੀ ਹੁੰਦੀ ਆ, ਮੈਂ ਸਟੂਡੈਂਟਸ ਨੂੰ ਯਾਦ ਕਰਾਉਣਾ ਚਾਹੁੰਦਾ ਵੀ ਚਾਹ ਜਦੋਂ ਪੀਂਦੇ ਆ ਤੇ ਪੌਣੀ ਨਾਲ ਪਾਉਂਦੇ ਆ ਨਾ, ਆਟਾ ਜਦੋਂ ਆਪਾਂ ਗੁੰਨਦੇ ਆ ਤੇ ਆਟਾ ਛਾਣਦੇ ਆ, ਜਿਹੜੀ ਛਾਨਣੀ ਹੁੰਦੀ ਆ ਉਹਨੂੰ ਅੰਗਰੇਜ਼ੀ ਵਿੱਚ ਸੀਵ ਕਹਿੰਦੇ ਆ। ਤੇ ਸੀਵ ਐਨਾਲਿਸਿਸ ਹੁੰਦਾ, ਇੱਕ ਛਾਨਣੀ ਹੁੰਦੀ ਆ ਉਹ 9 ਨੰਬਰ ਛਾਨਣੀ ਨੂੰ ਕਹਿੰਦੇ ਆ, ਸੀਵ ਨੰਬਰ 9। ਉਹਦਾ ਜਿਹੜਾ ਸ਼ੇਕ ਹੁੰਦਾ ਨਾ ਛਾਨਣੀ ਦਾ ਉਹ 90 ਮਾਈਕਰੋਨ ਹੁੰਦਾ। 90 ਮਾਈਕਰੋਨ ਦਾ ਮਤਲਬ 1 ਮਾਈਕਰੋਨ ਕਿੰਨਾ ਹੋਵੇਗਾ? 1 ਸੈਂਟੀਮੀਟਰ ਵਿੱਚ 10 ਮਿਲੀਮੀਟਰ ਹੁੰਦੇ ਆ। 1 ਮਿਲੀਮੀਟਰ ਦੇ ਜੇ 1000 ਹਿੱਸੇ ਕੀਤੇ ਜਾਣ, ਇੱਕ ਹਿੱਸੇ ਨੂੰ ਮਾਈਕਰੋਨ ਕਹਿੰਦੇ ਆ। ਤੇ ਵੇਖੋ ਕਿੰਨਾ ਬਰੀਕ ਹੋਊਗਾ। ਸੋ 90 ਮਾਈਕਰੋਨ ਦੀ ਛਾਨਣੀ ਵਿੱਚੋਂ ਜੇ ਆਪਾਂ ਸੀਮੈਂਟ ਨੂੰ ਪਾਸ ਕਰਦੇ ਆ ਤੇ ਕੇਵਲ 10% ਉੱਤੇ ਬਚੇ ਛਾਨਣੀ ਦੇ ਵਿੱਚ, ਤੇ ਆਪਾਂ ਕਵਾਂਗੇ ਵੀ ਉਹ ਗੁੱਡ ਆ। ਮਤਲਬ ਜਿਹੜਾ ਆਰਡੀਨਰੀ ਸੀਮੈਂਟ ਆ ਉਹ 10% ਬਚਦਾ, ਤੇ ਜਿਹੜਾ ਰੈਪਡ ਹਾਰਡਿੰਗ ਸੀਮੈਂਟ ਆ ਉਹ 5% ਬਚਦਾ, ਮਤਲਬ ਉਸ ਤੋਂ ਵੀ ਜ਼ਿਆਦਾ ਬਰੀਕ ਹੋ ਗਿਆ। ਸੋ ਰੈਪਡ ਹਾਰਡਿੰਗ ਸੀਮੈਂਟ ਜਿਹੜਾ ਵਾ ਉਹਦੀ ਜਿਹੜੀ ਸੈਟਿੰਗ ਆ ਉਹ ਮਤਲਬ ਜਲਦੀ ਸੈੱਟ ਹੋ ਜਾਂਦਾ ਵਾ। ਸੋ ਇਹਨੂੰ ਜਿਹੜਾ ਹਾਈ ਜਿੱਦਾਂ ਵਰਕ ਹੈਗੇ ਨੇ, ਮਤਲਬ ਜਿੱਥੇ ਜਲਦੀ ਮਤਲਬ ਸੀਮੈਂਟ ਛੇਤੀ ਆਪਾਂ ਨੂੰ ਸੈਟਿੰਗ ਚਾਹੀਦੀ ਆ, ਉੱਥੇ ਆਪਾਂ ਯੂਜ਼ ਕਰਦੇ ਆ। ਐਕਸਟਰਾ ਰੈਪਡ ਹਾਰਡਿੰਗ ਸੀਮੈਂਟ ਆ, ਇਦਾਂ ਕੁਇਕ ਸੈਟਿੰਗ ਸੀਮੈਂਟ ਆ, ਜਿੱਥੇ ਆਪਾਂ ਸੈਟਿੰਗ ਬਹੁਤ ਜਲਦੀ ਕਰਾਉਣੀ ਆ, ਜਿੱਦਾਂ ਪਾਣੀ ਵਿੱਚ ਕੰਸਟਰਕਸ਼ਨ ਕਰਨੀ ਆ। ਸੋ ਉੱਥੇ ਸੀਮੈਂਟ ਜਿਹੜਾ ਜਲਦੀ ਜਿਹੜਾ ਵਾ ਉਹ ਸੈੱਟ ਹੋਣਾ ਚਾਹੀਦਾ। ਸੋ ਉੱਥੇ ਆਪਾਂ ਕੁਇਕ ਸੈਟਿੰਗ ਸੀਮੈਂਟ ਕਵਾਂਗੇ। ਲੋ ਹੀਟ ਸੀਮੈਂਟ, ਲੋ ਹੀਟ ਸੀਮੈਂਟ ਦਾ ਮਤਲਬ ਹੁੰਦਾ ਜਿਹਦੇ ਵਿੱਚ ਜਿੱਦਾਂ ਹੁਣ ਮੰਨ ਲਓ ਠੰਡ ਆ, ਤੋ ਸੀਮੈਂਟ ਦੇ ਵਿੱਚ ਜੋ ਰਿਐਕਸ਼ਨ ਹੋਣਾ ਤੇ ਮਤਲਬ ਆਪਾਂ ਮਤਲਬ ਜਿਹੜਾ ਸੀਮੈਂਟ ਬਹੁਤ ਜਲਦੀ ਸੈੱਟ ਨਾ ਹੋਵੇ, ਮਤਲਬ ਜਿੱਦਾਂ ਲੋ ਹੀਟ ਸੀਮੈਂਟ, ਜਿੱਦਾਂ ਗਰਮੀਆਂ ਦੇ ਵਿੱਚ ਹੀਟ ਦੇ ਕਾਰਨ ਜਿਹੜਾ ਟੈਂਪਰੇਚਰ ਆ ਉਹ ਜਲਦੀ ਮਤਲਬ ਸੈਟਅਪ ਨਾ ਹੋਵੇ। ਸੋ ਇਸ ਕਰਕੇ ਉਹਨੂੰ ਮਤਲਬ ਆਪਾਂ ਲੋ ਹੀਟ ਸੀਮੈਂਟ ਜਿੱਦਾਂ ਯੂਜ਼ ਕਰਦੇ ਆ। ਸਲਫੇਟ ਰੈਜ਼ਿਸਟੈਂਟ ਸੀਮੈਂਟ, ਜਿਹੜਾ ਸਲਫੇਟ ਰੈਜ਼ਿਸਟੈਂਟ ਸੀਮੈਂਟ ਹੈਗਾ ਨਾ, ਇਹਦੇ ਵਿੱਚ ਕੀ ਹੈਗਾ ਵਾ ਵੀ ਇਹ ਸੀਵ ਨੰਬਰ 9 ਚ ਜਦੋਂ ਲਗਾਉਂਦੇ ਆ ਇਹਦੀ 5% ਮਤਲਬ ਜਿਹੜਾ ਉੱਤੇ ਰਹਿ ਜਾਂਦਾ ਵਾ, ਤੇ ਇਹਦੀ ਸੈਟਿੰਗ ਜਿਹੜੀ ਆ 30 ਮਿੰਟ ਤੋਂ ਪਹਿਲਾਂ ਸੈੱਟ ਹੋ ਜਾਂਦਾ। ਸੋ ਇਹਦੀ ਹੈਵੀ ਕੰਸਟਰਕਸ਼ਨ ਜਿੱਦਾਂ ਮੈਰੀਨ ਕੰਸਟਰਕਸ਼ਨ ਆ, ਸਮੁੰਦਰਾਂ ਦੇ ਵਿੱਚ ਕੋਈ ਕੰਸਟਰਕਸ਼ਨ ਕਰਨੀ ਆ, ਉੱਥੇ ਆਪਾਂ ਰਿਕਮੈਂਡ ਕਰਦੇ ਆ, ਕਿਉਂਕਿ ਵੀ ਆਰ ਇੰਜੀਨੀਅਰ, ਕਿਉਂਕਿ ਆਪਾਂ ਸੁਪਰਵਾਈਜ਼ਰ ਲੱਗਣਾ ਜਾ ਕੇ, ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਸੀਮੈਂਟ ਆਪਾਂ ਕਿੱਥੇ ਯੂਜ਼ ਕਰਾਂਗੇ। ਆਪਾਂ ਨੇ ਕੋਈ ਕੰਪਨੀ ਥੋੜੇ ਵੇਖਣੀ ਆ, ਆਪਾਂ ਨੇ ਵੇਖਣਾ ਵੀ ਸੀਮੈਂਟ ਦੀਆਂ ਕੁਆਲਿਟੀਆਂ ਕੀ ਹੈਗੀਆਂ, ਤੇ ਉੱਥੇ ਫਿਰ ਆਪਾਂ ਸਲਫੇਟ ਰੈਜ਼ਿਸਟੈਂਟ ਸੀਮੈਂਟ ਯੂਜ਼ ਕਰਾਂਗੇ। ਇਸ ਤੋਂ ਬਾਅਦ ਸੁਪਰ ਸਲਫੇਟ ਸੀਮੈਂਟ ਆ। ਇਸ ਤੋਂ ਬਾਅਦ ਬੜਾ ਇੰਪੋਰਟੈਂਟ ਸੀਮੈਂਟ ਆ ਜਿਹੜਾ ਅੱਜ ਕੱਲ੍ਹ ਯੂਜ਼ ਹੁੰਦਾ ਵਾ, ਜਿਹਨੂੰ ਕਹਿੰਦੇ ਆ ਪੋਰਟਲੈਂਡ ਪੋਜ਼ੋਲਾਨਾ ਸੀਮੈਂਟ। ਸੋ ਪੋਰਟਲੈਂਡ ਪੋਜ਼ੋਲਾਨਾ ਇਹਨੂੰ PPC ਕਹਿੰਦੇ ਆ। ਤੁਸੀਂ ਸੀਮੈਂਟ ਦੀਆਂ ਬੋਰੀਆਂ ਵੇਖੀਆਂ ਹੋਗੀਆਂ, ਉੱਤੇ ਲਿਖਿਆ ਹੋਗਾ OPC ਤੇ PPC।
OPC ਹੁੰਦਾ ਆਰਡੀਨਰੀ ਪੋਰਟਲੈਂਡ ਸੀਮੈਂਟ, PPC ਹੁੰਦਾ ਪੋਜ਼ੋਲਾਨਾ ਪੋਰਟਲੈਂਡ ਸੀਮੈਂਟ। ਉਹ ਗ੍ਰੇਡ ਵਿੱਚ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਉਹਦਾ ਗ੍ਰੇਡ ਜਿਹੜਾ ਮੈਗਾ ਯੂਨਿਟ ਵਿੱਚ ਹੁੰਦਾ, ਸੋ ਇਸ ਕਰਕੇ ਉਹਦਾ ਗ੍ਰੇਡ ਨਹੀਂ ਨੋਟ ਕਰਦੇ। ਪੋਜ਼ੋਲਾਨਾ ਸੀਮੈਂਟ ਦੇ ਵਿੱਚ ਪੋਜ਼ੋਲੋਨਿਕ ਮਟੀਰੀਅਲ, ਜਿੱਦਾਂ ਇਹਦੇ ਵਿੱਚ ਫਲਾਈ ਐਸ਼ ਪਾਉਂਦੇ ਆ, ਜਿਹੜੀ ਫਰਨੈਸ ਹੁੰਦੀਆਂ ਕਾਰਖਾਨਿਆਂ ਦੀਆਂ, ਉਹਦੀ ਜਿਹੜੀ ਸਵਾਹ ਵਾ ਉਹਨੂੰ ਮਤਲਬ ਗ੍ਰਾਈਂਡ ਕਰਕੇ ਉਹ ਚ ਪਾਉਂਦੇ ਆ। ਸੋ ਉਹਦੀ ਸਟਰੈਂਥ ਜਿਹੜੀ ਫਿਰ ਬਹੁਤ ਜ਼ਿਆਦਾ ਹੁੰਦੀ ਆ। ਪਰੰਤੂ ਜਿਹੜਾ ਆਰਡੀਨਰੀ ਪੋਰਟਲੈਂਡ ਸੀਮੈਂਟ ਆ ਉਹਦੀ ਮਤਲਬ ਕੁਇਕ ਸੈਟਿੰਗ ਆ। OPC ਜਿਹੜਾ ਵਾ PPC ਨਾਲੋਂ ਜਲਦੀ ਸਟਰੈਂਥ ਦਿੰਦਾ ਵਾ, ਪਰੰਤੂ ਲੌਂਗ ਲਾਈਫ ਸੀਮੈਂਟ ਜਿਹੜਾ ਵਾ, ਲੌਂਗ ਲਾਈਫ ਜਿਹੜਾ ਨਾ ਉਹ ਸਟਰੈਂਥ ਫਿਰ ਜਿਹੜੀ PPC ਦੀ ਹੁੰਦੀ ਹੈ, ਪੋਜ਼ੋਲਾਨਾ ਪੋਰਟਲੈਂਡ ਸੀਮੈਂਟ। ਸੋ ਉਸ ਤੋਂ ਬਾਅਦ ਪੋਰਟਲੈਂਡ ਸਲੈਗ ਸੀਮੈਂਟ ਆ ਗਿਆ, ਕਲਰ ਸੀਮੈਂਟ ਆ ਗਿਆ, ਜਿਹੜਾ ਵਾਈਟ ਸੀਮੈਂਟ ਜਿਹਨੂੰ ਕਹਿੰਦੇ ਆ। ਇਸ ਤਰ੍ਹਾਂ ਸਾਡੇ ਕੋਲ ਜਿਹੜਾ ਹਾਈਡਰੋਗ੍ਰਾਫਿਕ ਸੀਮੈਂਟ ਹੈਗਾ ਵਾ, 에ਅਰ ਐਂਟਰਿੰਗ ਸੀਮੈਂਟ ਹੈਗਾ। ਸੋ 에ਅਰ ਐਂਟਰਿੰਗ ਸੀਮੈਂਟ ਜਿਹਦੇ ਵਿੱਚ ਹਵਾ ਪਾਸ ਕਰਦੇ। ਹੁਣ ਜਿੱਦਾਂ ਮਤਲਬ ਅਸੀਂ ਸਾਰੇ ਸਿਵਲ ਕੰਸਟਰਕਸ਼ਨ ਬਿਲੋਂਗ ਕਰਦੇ ਆ, ਤੇ ਅਸੀਂ ਲੋਕਾਂ ਦੇ ਘਰ ਬਣਾਉਣੇ ਆ, ਤੇ ਸਾਡੇ ਕੋਲ ਇੱਕ ਐਕਟਰ ਆ ਗਿਆ ਰਿਤਿਕ ਰੋਸ਼ਨ, ਉਹ ਕਹਿੰਦਾ ਵੀ ਮੈਨੂੰ ਇਹੋ ਜਿਹੀ ਕੰਧ ਬਣਾ ਕੇ ਦਿਓ ਜਿਹੜੀ ਕੰਧ ਦੇ ਵਿੱਚੋਂ ਦੀ ਹਵਾ ਪਾਰ ਕਰੇ। ਇਹਦਾ ਮਤਲਬ ਉੱਥੇ ਫਿਰ ਸਾਨੂੰ ਕਿਹੜਾ ਸੀਮੈਂਟ ਯੂਜ਼ ਕਰਨਾ ਪਊਗਾ? 에ਅਰ ਐਂਟਰਿੰਗ ਸੀਮੈਂਟ। ਉਹ ਜਦੋਂ 에ਅਰ ਐਂਟਰਿੰਗ ਸੀਮੈਂਟ ਯੂਜ਼ ਕਰਾਂਗੇ, ਉਹਦੇ ਵਿੱਚ ਮਤਲਬ ਅਲਕਲੀਸ ਜਾਂ ਵਿਨੋਸੋਇਲ ਲਾਈਕ ਰਿਜ਼ਾਈਨਸ ਪਿਆ ਹੁੰਦਾ, ਜਿਹਦੇ ਨਾਲ ਕੀ ਹੁੰਦਾ ਵਾ ਵੀ ਉਹ ਜ਼ਿਆਦਾ ਬੱਬਲਸ ਬਣਦੇ ਆ, ਤੇ ਬੱਬਲ ਬਣਨ ਤੋਂ ਬਾਅਦ ਉਹ ਬੱਬਲਸ ਜਿਹੜੇ ਆ ਉਹ ਮਤਲਬ ਜਦੋਂ ਸੁੱਕ ਜਾਂਦਾ ਸੀਮੈਂਟ, ਕੰਕਰੀਟ ਜਾਂ ਜੋ ਵੀ ਮੋਟਰ, ਤੇ ਬਾਅਦ ਵਿੱਚ ਉਹ ਜਿਹੜੇ ਬੱਬਲਸ ਆ ਪੋਰ ਬਣ ਜਾਂਦੇ ਆ, ਉਹਦੇ ਵਿੱਚ ਫਿਰ ਹਵਾ ਆਰ ਪਾਰ ਹੋ ਜਾਂਦੀ ਆ। ਸੋ ਇਹ ਜਿਹੜੀਆਂ ਹੈਲਪਫੁਲ ਹੁੰਦਾ ਵਾ ਕੰਕਰੀਟ ਵਾਲਸ, ਜਿੱਥੇ ਮਤਲਬ ਹੀਟ ਇਨਸੂਲੇਸ਼ਨ ਕਰਨੀ ਆ, ਹੀਟ ਇਨਸੂਲੇਸ਼ਨ ਜੇ ਕਰਨੀ ਹੈ ਹੀਟ ਦੀ, ਉੱਥੇ ਫਿਰ ਆਪਾਂ 에ਅਰ ਐਂਟਰਿੰਗ ਸੀਮੈਂਟ ਯੂਜ਼ ਕਰਾਂਗੇ। ਮੈਸਨਰੀ ਸੀਮੈਂਟ ਆ, ਆਇਲ ਵੈਲ ਸੀਮੈਂਟ ਆ, ਐਕਸਪੈਂਸਿਵ ਸੀਮੈਂਟ ਹੈਗਾ, ਹਾਈ ਅਲਮੀਨਾ ਸੀਮੈਂਟ ਹੈਗਾ ਵਾ, ਵਾਟਰਪ੍ਰੂਫ ਸੀਮੈਂਟ ਹੈਗਾ, ਤੇ ਸਾਰੇ ਸੀਮੈਂਟ ਦੀਆਂ ਮਤਲਬ ਵੱਖ-ਵੱਖ ਉਹਦੀਆਂ ਕੁਆਲਿਟੀਜ਼ ਹੈਗੀ। ਸੋ ਇਸ ਤੋਂ ਬਾਅਦ ਯੂਜ਼ ਆਫ ਸੀਮੈਂਟ ਆ, ਸੀਮੈਂਟ ਦਾ ਯੂਜ਼ ਦੇਖੋ ਮੈਸਨਰੀ ਵਰਕ ਆ, ਪਲਾਸਟਰ, ਪੁਆਇੰਟਿੰਗ ਉਹਦੀ ਟੀਪ ਕਰਨੀ, ਤੋਂ ਕੰਕਰੀਟ ਔਰ ਲੇਇੰਗ ਫਲੋਰ, ਜਿੱਦਾਂ ਫਰਸ਼ ਬਣਾਉਣੇ ਆ, ਛੱਤਾਂ ਪਾਉਣੀਆਂ ਵਾ, ਕੰਸਟਰਕਟਿੰਗ ਲਿੰਟਲ ਪਾਉਣੇ ਆ, ਬੀਮ ਆ, ਵੈਦਰ ਸ਼ੈਡ ਨੇ, ਸੋ ਸਟੇਅਰਸ ਨੇ, ਪਿਲਰਸ ਨੇ, ਉੱਥੇ ਸੀਮੈਂਟ ਅੱਜ ਕੱਲ੍ਹ ਯੂਜ਼ ਕੀਤਾ ਜਾਂਦਾ। ਸੋ ਕੰਸਟਰਕਸ਼ਨ ਆਫ ਇੰਪੋਰਟੈਂਟ ਇੰਜੀਨੀਅਰਿੰਗ ਸਟਰਕਚਰ ਸੱਚ ਐਜ਼ ਬ੍ਰਿਜ, ਕਲਵਰਟ ਹੁੰਦੀ ਪੁਲੀ, ਡੈਮ, ਟਨਲ, ਸੁਰੰਗ ਹੋ ਗਈ, ਸਟੋਰੇਜ ਰੈਜ਼ਰਵਾਇਰ, ਜਿੱਦਾਂ ਮਤਲਬ ਪਾਣੀ ਦੇ ਜਿਹੜੇ ਡੈਮ ਹੁੰਦੇ ਨੇ, ਮਤਲਬ ਪਿੱਛੇ ਝੀਲ ਬਣਾਉਣੀ, ਜਿੱਦਾਂ ਰਿਜ਼ਰਵ ਕਰਨਾ ਪਾਣੀ, ਲਾਈਟ ਹਾਊਸ ਆ। ਸੋ ਇਹ ਸਾਰੇ ਜਿਹੜੇ ਸੀਮੈਂਟ ਦੀ ਕੰਸਟਰਕਸ਼ਨ ਉੱਥੇ ਕੀਤੀ ਜਾਂਦੀ ਆ। ਮੈਨੂਫੈਕਚਰ ਆਫ ਪ੍ਰੀ ਕਾਸਟ ਪਾਈਪ ਜਿਹੜੇ ਹੁੰਦੇ ਨੇ, ਪਾਈਲਸ ਹੈਗੇ ਨੇ, ਕਿੱਲੇ, ਗਾਰਡਨ ਸੀਟਸ ਜਿਹੜੀਆਂ ਅੱਜ ਕੱਲ੍ਹ ਤੁਸੀਂ ਵੇਖਿਆ ਹੋਊਗਾ ਕਿ ਜਿਹੜੇ ਗਾਰਡਨ ਜਾਂ ਲੋਨਸ ਆ, ਉੱਥੇ ਸੀਮੈਂਟ ਦੀਆਂ ਕੁਰਸੀਆਂ ਬਣੀਆਂ ਹੁੰਦੀਆਂ, ਉਹ ਸਾਰੀਆਂ ਪ੍ਰੀ ਕਾਸਟ ਹੈਗੀਆਂ। ਸੋ ਆਰਟੀਫਿਸ਼ੀਅਲ ਡਿਜ਼ਾਈਨ, ਯੂਰਨਸ, ਫਲਾਵਰ ਪੁਆਇੰਟਸ, ਸੋ ਡਸਟਬਿਨ, ਫੈਂਸਿੰਗ ਪੋਸਟ, ਸਾਰੇ ਅੱਜ ਕੱਲ੍ਹ ਸੀਮੈਂਟ ਨਾਲ ਤਿਆਰ ਕੀਤੇ ਜਾਂਦੇ ਆ। ਸੋ ਪ੍ਰੈਪਰੇਸ਼ਨ ਆਫ ਫਾਊਂਡੇਸ਼ਨ, ਵਾਟਰ ਟਾਈਪ ਫਲੋਰ, ਫੁੱਟਪਾਥ, ਇਹ ਸਾਰੇ ਜਿਹੜੇ ਸੀਮੈਂਟ ਨਾਲ ਯੂਜ਼ ਕੀਤੇ ਜਾਂਦੇ ਆ। ਸੋ ਇਸ ਤੋਂ ਬਾਅਦ ਆਹ ਦੇਖੋ ਇੱਕ ਫੋਟੋ ਤੁਸੀਂ ਵੇਖਦੇ ਆ। ਸੋ ਮੈਂ ਲਾਸਟ 2 ਮਿੰਟ ਦੀ ਗੱਲ ਹੋਰ ਆ, ਸੋ ਬੜੀ ਇੰਪੋਰਟੈਂਟ ਗੱਲ ਕਰਨ ਲੱਗਾ ਵਾ, ਸੀਮੈਂਟ ਨੂੰ ਤੁਸੀਂ ਕਿੱਦਾਂ ਚੈੱਕ ਕਰਨਾ ਵਾ, ਕਿਉਂਕਿ ਜੇ ਲੈਬ ਤੋਂ ਬਗੈਰ ਸੀਮੈਂਟ ਚੈੱਕ ਕਰਨਾ ਵਾ, ਸੋ ਸੀਮੈਂਟ ਦਾ ਸਭ ਤੋਂ ਪਹਿਲਾਂ ਆਪਾਂ ਸੀਮੈਂਟ ਦੇ ਨਾਲ ਇੱਕ ਟੈਗ ਲੱਗਾ ਹੁੰਦਾ, ਉਹ ਟੈਗ ਨੂੰ ਆਪਾਂ ਪੜ੍ਹਨਾ ਵਾ ਵੀ ਉਹਦੀ ਮੈਨੂਫੈਕਚਰਿੰਗ ਡੇਟ ਲਿਖੀ ਹੋਊਗੀ ਕਿ ਸੀਮੈਂਟ ਕਦੋਂ ਮੈਨੂਫੈਕਚਰ ਹੋਇਆ। ਤੇ ਦੇਖੋ 3 ਮਹੀਨੇ ਤੋਂ ਪਹਿਲਾਂ ਜੇ ਸੀਮੈਂਟ ਮੈਨੂਫੈਕਚਰ ਹੋਇਆ ਵਾ ਤੇ ਉਹ ਸੀਮੈਂਟ ਦੀ ਸਟਰੈਂਥ ਕੋਈ ਨਹੀਂ ਘਟਦੀ। ਜੇ 3 ਮਹੀਨੇ ਸੀਮੈਂਟ ਪੁਰਾਣਾ ਵਾ ਤੇ 20% ਉਹਦੀ ਸਟਰੈਂਥ ਘੱਟ ਹੋ ਜਾਂਦੀ ਹੈ। 6 ਮਹੀਨੇ ਪੁਰਾਣਾ ਸੀਮੈਂਟ ਆ, ਉਹਦੀ ਸਟਰੈਂਥ 30% ਘਟ ਜਾਂਦੀ ਹੈ। 12 ਮਹੀਨੇ 1 ਸਾਲ ਪੁਰਾਣਾ ਸੀਮੈਂਟ ਆ ਤੇ 40% ਸਟਰੈਂਥ ਘਟ ਜਾਂਦੀ ਆ। ਤੇ 24 ਮਹੀਨੇ ਮਤਲਬ 12 ਦੁਣਾ 24, 2 ਸਾਲ ਬਾਅਦ ਜੇ ਸੀਮੈਂਟ ਮੈਨੂਫੈਕਚਰ ਯੂਜ਼ ਕੀਤਾ ਜਾਵੇ, ਉਹਦੀ ਸਟਰੈਂਥ ਅੱਧੀ ਰਹਿ ਜਾਂਦੀ ਹੈ, ਅੱਧੀ ਤੋਂ ਵੀ ਘਟ ਜਾਂਦੀ ਹੈ। ਸੋ ਇਸ ਕਰਕੇ ਆਪਾਂ ਇਹ ਚੀਜ਼ ਚੈੱਕ ਕਰਨੀ ਆ। ਦੂਸਰੀ, ਸੀਮੈਂਟ ਦਾ ਜਿਹੜਾ ਬੈਗ ਆ ਉਹਦਾ weight 50 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ, ਨਾ ਘੱਟ ਹੋਣਾ ਚਾਹੀਦਾ। ਸੋ ਸੀਮੈਂਟ ਦਾ ਜਿਹੜਾ weight ਆ ਉਹ 50 kg ਹੁੰਦਾ। ਸੋ ਇਹ ਸਟੈਂਡਰਡ ਸਾਈਜ਼ ਆ। ਸੋ ਸੀਮੈਂਟ ਦਾ ਜਿਹੜਾ weight ਆ ਉਹ 50 kg ਹੁੰਦਾ। ਇਹਦਾ ਵੋਲੀਅਮ, ਇੱਕ ਬੋਰੀ ਦੇ ਸੀਮੈਂਟ ਦਾ ਜਿਹੜਾ ਵੋਲੀਅਮ ਆ ਉਹ 0.035 ਮੀਟਰ ਕਿਊਬ ਹੁੰਦਾ। ਇਸ ਤੋਂ ਬਾਅਦ ਇਹ ਤੇ ਹੋ ਗਿਆ ਆਪਾਂ weight ਚੈੱਕ ਕਰ ਲਿਆ।
ਹੁਣ ਜੇ ਸੀਮਟ ਦਾ weight भी ठीक आ ਤੇ ਫਿਰ ਆਪਾਂ ਸੀਮਟ ਦੀ ਬੋਰੀ ਨੂੰ ਖੋਲਾਂਗੇ ਇੱਕ ਨੂੰ, ਉਹਦੇ ਵਿੱਚ ਹੱਥ ਪਾ ਕੇ ਵੇਖਣਾ ਵਾ। ਜੇ ਤੁਹਾਨੂੰ ਸੀਮਟ ਨਿੱਘਾ ਨਿੱਘਾ ਗਰਮ ਗਰਮ ਥੋੜਾ ਜਿਹਾ ਫੀਲ ਹੋਵੇ, ਇਹਦਾ ਮਤਲਬ ਸੀਮਟ ਦੇ ਵਿੱਚ ਮੇਨ ਕੰਸਟੀਚੈਂਟ ਜਿਹੜਾ ਉਹ ਲਾਈਮ ਹੁੰਦਾ, ਤੇ ਲਾਈਮ ਜਦੋਂ ਪਾਣੀ ਦੇ ਕੰਟੈਂਟ ਚ ਆਊਗਾ ਤੇ ਉਹਦੇ ਵਿੱਚ ਹਾਈਡਰੇਸ਼ਨ ਹੋ ਜਾਊਗੀ, ਫਿਰ ਹੀਟ ਪ੍ਰੋਡਿਊਸ ਹੋਊਗੀ। ਇਹਦਾ ਮਤਲਬ ਸੀਮਟ ਵਿੱਚ ਰਿਐਕਸ਼ਨ ਸਟਾਰਟ ਹੋ ਗਿਆ ਵਾ, ਸੀਮਟ ਸੈੱਟ ਹੋਣਾ ਸ਼ੁਰੂ ਹੋ ਗਿਆ ਵਾ। ਇਹ ਸੀਮਟ ਫਿਰ ਉਨੀ ਸਟਰੈਂਥ ਨਹੀਂ ਦਊਗਾ ਜਿੰਨੀ ਇਹ ਮਤਲਬ ਦੇਣੀ ਚਾਹੀਦੀ ਹੈ। ਸੋ ਇਸ ਕਰਕੇ ਆਪਾਂ ਇਸ ਚੀਜ਼ ਨੂੰ ਧਿਆਨ ਰੱਖਣਾ ਵਾ। ਸੋ ਇਸ ਤੋਂ ਬਾਅਦ ਸੀਮਟ ਦੇ ਵਿੱਚ ਜਦੋਂ ਹੱਥ ਆਪਾਂ ਮਤਲਬ ਉਹਨੂੰ ਆਪਣੇ ਚੁਟਕੀ ਵਿੱਚ ਲਵਾਂਗੇ ਤੇ ਉਹਨੂੰ ਜਦੋਂ ਆਪਾਂ ਉਹਨੂੰ ਸਮੂਥਲੀ ਰਗੜਾਂਗੇ, ਉਹਦੇ ਵਿੱਚ ਕੋਈ ਢੇਲੇ ਲੰਪਸ ਨਹੀਂ ਨਜ਼ਰ ਆਉਣੇ ਚਾਹੀਦੇ ਸੀਮਟ ਦੇ ਵਿੱਚ। ਜੇ ਲੰਪਸ ਜਾਂ ਢੇਲੇ ਨਜ਼ਰ ਆਉਂਦੇ ਪਏ ਆ, ਇਟ ਮੀਨਸ ਸੀਮਟ ਦੀ ਜਿਹੜੀ ਕੁਆਲਿਟੀ ਉਹ ਵਧੀਆ ਨਹੀਂ ਹੈਗੀ, ਮਤਲਬ ਸੀਮਟ ਸੈੱਟ ਹੋ ਗਿਆ ਵਾ, ਕਿਉਂਕਿ ਮਾਸਟਰ ਕੰਟੈਂਟ ਚ ਆ ਗਿਆ ਹੋਊਗਾ। ਸੋ ਇਸ ਤੋਂ ਬਾਅਦ ਤੁਸੀਂ ਇੱਕ ਪ੍ਰੈਕਟੀਕਲ ਹੋਰ ਕਰ ਸਕਦੇ ਆ ਕਿ ਤੁਸੀਂ ਸੀਮਟ ਨੂੰ ਇੱਕ ਬਾਲਟੀ ਅੱਧੀ ਪਾਣੀ ਭਰ ਲਓ, ਤੇ ਅੱਧੀ ਬਾਲਟੀ ਪਾਣੀ ਭਰ ਕੇ ਉਹਦੇ ਵਿੱਚ ਤੁਸੀਂ ਇੱਕ ਚਮਚਾ 2 ਚਮਚੇ ਸੀਮਟ ਤੁਸੀਂ ਉਹਦੇ ਚ ਉੱਤੋਂ ਪਾਉਣੇ ਆ। ਸੀਮਟ ਉੱਤੇ ਕੁਝ ਸਮੇਂ ਤੱਕ ਉਹਦੇ ਉੱਪਰ ਤੈਰਦਾ ਰਹਿਣਾ ਚਾਹੀਦਾ, ਉਹਦੇ ਉੱਪਰ ਫਲੋਟ ਕਰਨਾ ਚਾਹੀਦਾ। ਜੇ ਉਹ ਤੈਰਦਾ ਨਹੀਂ ਆ, ਇਟ ਮੀਨਸ ਸੀਮਟ ਹੈਵੀ ਆ। ਜੇ ਸੀਮਟ ਹੈਵੀ ਆ, ਇਟ ਮੀਨਸ ਇਹਦੇ ਵਿੱਚ ਫਿਰ ਮਤਲਬ ਇੰਪਿਊਰਿਟੀਜ਼ ਹੈਗੀਆਂ, ਉਹ ਸੀਮਟ ਦਾ ਜਿਹੜੇ ਕੰਸਿਸਟੈਂਟ ਉਹ ਪਿਓਰ ਨਹੀਂ ਹੈਗੇ। ਸੋ ਇਸ ਕਰਕੇ ਉਹ ਸੀਮਟ ਵੀ ਫਿਰ ਮਤਲਬ ਵਧੀਆ ਸਟਰੈਂਥ ਨਹੀਂ ਦਊਗਾ। ਸੋ ਇਹ ਦੇਖੋ, ਇਸ ਤੋਂ ਬਾਅਦ ਸੀਮਟ ਨੂੰ ਆਪਾਂ ਮਤਲਬ ਹੱਥ ਦੇ ਵਿੱਚ ਇਹਨੇ ਲਿਆ ਵਾ, ਇਹਨੂੰ ਚੈੱਕ ਕੀਤਾ ਜਾ ਰਿਹਾ। ਸੋ ਸੀਮਟ ਦਾ ਕੋਈ ਕਲਰ ਜਿਹੜਾ ਵਾ ਉਹ ਸਟੈਂਡਰਡ ਨਹੀਂ ਹੁੰਦਾ। ਜਿਹੜਾ ਵੀ ਆਪਾਂ ਯੂਜ਼ ਕਰਦੇ ਆ ਸਟੋਨ, ਮਤਲਬ ਉਹਦਾ ਜੋ ਕਲਰ ਹੁੰਦਾ ਵਾ ਉਹ ਸੀਮਟ ਦਾ ਕਲਰ ਕਹਾਉਂਦਾ ਵਾ। ਸੋ ਅੱਜ ਦੇ ਪਾਰਟ ਦੇ ਵਿੱਚ ਆਪਾਂ ਸੀਮਟ ਦੀ ਗੱਲ ਕੀਤੀ। ਸੋ ਨੈਕਸਟ ਪਾਰਟ ਵਿੱਚ ਬਾਕੀ ਜਿਹੜੇ ਪਾਰਟਸ ਆ, ਐਗਰੀਕੇਟਸ ਆ, ਟਿੰਬਰ ਆ, ਜਾਂ ਮਤਲਬ ਹੋਰ ਪਾਰਟਸ ਆ, ਉਹਦੀ ਆਪਾਂ ਲੈਕਚਰ ਦੇਵਾਂਗੇ। ਸੋ ਮੈਂ ਮਤਲਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਦੇ ਕੇ, ਸੋ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜਿਹੜੇ ਅੱਜ ਦੇ ਮਤਲਬ ਯੁੱਗ 'ਚ ਬਿਲਡਿੰਗ ਕੰਸਟਰਕਸ਼ਨ ਮਟੀਰੀਅਲ ਆ ਉਹਨਾਂ ਨੂੰ ਚਾਨਣਾ ਪਾਇਆ ਜਾਵੇ, ਤਾਂ ਜੋ ਆਪਾਂ ਵਧੀਆ ਮਟੀਰੀਅਲ ਯੂਜ਼ ਕਰ ਸਕੀਏ ਤੇ ਆਪਣਾ ਜਿਹੜਾ ਵਾ ਟਾਰਗੇਟ ਆ, ਜਿਹੜਾ ਗੋਲ ਆ, ਉਹ ਵਧੀਆ ਪ੍ਰਾਪਤ ਕਰ ਸਕੀਏ। ਸੋ ਮੈਂ ਮਨਦੀਪ ਜੀ ਨੂੰ ਰਿਕੁਐਸਟ ਕਰਾਂਗਾ ਕਿ ਅਨਮਿਊਟ ਕਰ ਦੇਣ, ਤਾਂ ਜੋ ਜੇ ਕਿਤੇ ਕੋਈ ਕੁਐਸਚਨ ਹੋਵੇ, ਕੋਈ ਕੁਐਰੀ ਹੋਵੇ, ਕੋਈ ਸੁਝਾਅ ਹੋਵੇ ਤਾਂ ਦੇ ਸਕਦਾ। ਕਿਸੇ ਵੱਲੋਂ ਵੀ ਕੋਈ ਸੁਝਾਅ ਹੋਵੇ, ਕੋਈ ਕੁਐਸਚਨ ਹੋਵੇ ਤਾਂ ਕੋਈ ਕਰ ਸਕਦਾ ਜੀ। ਹਾਂਜੀ, ਕਿਸੇ ਦਾ ਕੋਈ ਸੁਝਾਅ, ਕੋਈ ਕੁਐਸਚਨ ਹੋਵੇ ਤਾਂ ਉਹ ਕਰ ਸਕਦਾ ਜੀ। ਸੋ ਮੈਂ ਥੈਂਕਸ ਵੀ ਕਰਦਾ ਵਾਂ, ਮੇਰੇ ਨਾਲ ਮੇਰੇ ਸਾਥੀ ਸਰਦਾਰ ਜਗਜੀਤ ਸਿੰਘ ਜੀ। ਸੋ ਮੇਰੇ ਨਾਲ ਸਵੇਰ ਇੰਸਟਰਕਟਰ ਆ। ਸੋ ਪਹਿਲਾਂ ਉਹ ਸੀਮੈਂਟ ਕੰਪਨੀ ਦੇ ਵਿੱਚ 4-5 ਜ਼ਿਲ੍ਹਿਆਂ ਦੇ ਵਿੱਚ JK ਸੀਮੈਂਟ 'ਚ ਰਹੇ ਨੇ। ਸੋ ਇਸ ਲੈਕਚਰ ਨੂੰ ਤਿਆਰ ਕਰਨ ਵਿੱਚ ਉਹਨਾਂ ਨੇ ਮੈਨੂੰ ਬੜੀ ਹੈਲਪ ਕੀਤੀ ਆ। ਸੋ ਪ੍ਰੈਕਟੀਕਲੀ ਗੱਲਾਂ ਜਿਹੜੀਆਂ ਉਹਨਾਂ ਨੇ ਦੱਸੀਆਂ। ਸੋ ਮੈਂ ਨਾਲ ਧੰਨਵਾਦ ਪ੍ਰਿੰਸ ਭਾਰਤੀ ਜੀ ਨੇ, ਉਹਨਾਂ ਨੇ ਵੀ ਕਾਫੀ ਸਹਿਯੋਗ ਦਿੱਤਾ ਮੇਰੇ ਨਾਲ। ਸੋ ਮੈਂ ਅਜੇ ਕੁਮਾਰ ਜੀ ਨੇ ਜਿਨ੍ਹਾਂ ਨੇ PPT ਸਾਰੀ ਤਿਆਰ ਕੀਤੀ, ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਜੇ ਹੋਰ ਕਿਸੇ ਦਾ ਕੋਈ ਕੁਐਸਚਨ ਹੋਵੇ ਤੇ ਉਹ ਕਰ ਸਕਦਾ ਜੀ, ਨਹੀਂ ਤੇ ਫਿਰ ਆਪਾਂ ਸੈਸ਼ਨ ਆਫ ਕਰਦੇ ਹਾਂ ਜੀ। ਠੀਕ ਹੈ ਜੀ ਸਰ, ਫਿਰ ਆਫ ਕਰ ਦਿਓ, ਕਿਸੇ ਦਾ ਕੋਈ ਕੁਐਸਚਨ ਨਹੀਂ ਹੈਗਾ।
ਸੋ ਇੱਕ ਗੱਲ ਮੈਂ ਰਿਕੁਐਸਟ ਕਰਨਾ ਚਾਹੁੰਦਾ ਸਾਰੇ ਡਰਾਫਟਸਮੈਨ ਸਿਵਲ ਇੰਸਪੈਕਟਰਸ ਨੂੰ, ਬੇਨਤੀ ਹੈਗੀ ਹੈ ਲਾਸਟ ਕਿ ਮਤਲਬ ਸਾਡੀ ਜਿਹੜੀ ਟ੍ਰੇਡ ਆ ਕਾਫੀ ਜਗ੍ਹਾ ਦੇ ਵਿੱਚ 200 ਸਵਾ 200 ਸਾਡੇ ਬੱਚੇ ਹੈਗੇ ਨੇ, ਸਰਵੇਅਰ ਦੇ ਪਾ ਕੇ 300 ਦੇ ਲਾਗੇ ਬਣ ਜਾਂਦੇ ਨੇ। ਸੋ ਮੈਂ ਮਤਲਬ ਪਾਰਟਿਸਿਪੇਟ ਦੇਖ ਰਿਹਾ ਤੇ ਉਹ 40 45 46 50 ਤੱਕ ਹੁੰਦੇ ਨੇ। ਸੋ ਬੜੀ ਮਿਹਨਤ ਲੱਗਦੀ ਹੈ ਲੈਕਚਰ ਤਿਆਰ ਕਰਨ ਵਾਸਤੇ। ਸੋ ਤੁਹਾਡੇ ਸਟੂਡੈਂਟਸ ਲਈ ਜਾਂ ਤੁਹਾਡੇ ਲਈ ਇਹ ਬੈਨੀਫਿਟਸ ਲਈ ਤਿਆਰ ਕੀਤਾ ਜਾਂਦਾ ਵਾ। ਸੋ ਕਿਰਪਾ ਕਰਕੇ ਸਾਰੇ ਜਾਣੇ ਮਤਲਬ ਸਹਿਯੋਗ ਦੇਣ, ਕਿਉਂਕਿ ਸਾਰਿਆਂ ਦੀਆਂ ਫੀਸਾਂ ਹੁੰਦੀਆਂ। ਸੋ ਮੈਂ ਇੰਨਾ ਕਹਿੰਦਾ, ਸਾਰਿਆਂ ਦਾ ਧੰਨਵਾਦ ਕਰਦਾ ਜੀ। ਥੈਂਕ ਯੂ ਜੀ।